ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਜਿਤ ਘਟ ਨਾਮ ਨ ਉਪਜੈ, ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਬੇਸੁਮਾਰ ਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਪੰਚੋ ਲਰੀਕਾ ਜਾਰਿ ਕੈ, ਰਹਿ ਰਾਮ ਲਿਵ ਲਾਗ। ਕੋ ਹੈ ਲਰੀਕਾ ਵੇਚਈ, ਲਰੀਕੀ ਵੇਚੈ ਕੋਇ। ਸਹਜਾ ਕਰੈ ਕਬੀਰ ਸਿਓ, ਹਰ ਸੰਗ ਬਨਜ ਕਰੇ। ਕਬੀਰ ਚੇਤਾਵਨੀ, ਮਤ ਸਹਸਾ ਰਹਿ ਜਾਇ। ਪਾਸ਼ੈ ਭੋਗ ਜੋ ਭੋਗਵੇ, ਤਿਨ ਕੋ ਗੁੜ ਲੈ ਖਾਹਿ। ਕਬੀਰ ਮੈਂ ਜਾਣਿਓ ਪੜਿਬੋ ਪਲੋ, ਪੜਿਬੇ ਸਿਓ ਪਹਲ ਜੋਗ। ਭਗਤ ਨ ਛਾਡੋ ਰਾਮ ਕੀ, ਭਾਵੈ ਨਿੰਦੋ ਲੋਗ। ਭਗਤ ਨ ਛਾਡੋ ਰਾਮ ਕੀ, ਭਾਵੈ ਨਿੰਦੋ ਲੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਅਪਾਰ ਮਿਹਰ ਨਜ਼ਰ ਬਖਸ਼ਿਸ਼ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਕੇ ਆਪਣੇ ਚਰਨਾਂ ਦੀ ਪ੍ਰੀਤ ਕਮਾਉਣ ਦਾ, ਸ਼ਬਦ ਦੀ ਸਾਧਨਾ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਦ੍ਰਿੜਤਾ ਸਹਿਤ ਜਿਉਣ ਦਾ ਔਰ ਆਪਣੇ ਜੀਵਨ ਮਨੋਰਥ ਦੀ ਸਫਲਤਾ ਦੇ ਲਈ ਯਤਨ ਕਰਨ ਦਾ ਸੁਭਾਗ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਰਹਿਮਤ ਨੂੰ, ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ
ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਹਾਂ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਗਿਆਨ ਦੇ ਬੜੇ ਗੁਹਜ ਭਰਪੂਰ ਤੱਤ ਗਿਆਨ ਭਰੇ ਉਪਦੇਸ਼ਾਂ ਦੇ ਸਹਿਤ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ 7 ਸ਼ਲੋਕਾਂ ਦੇ ਵਿੱਚ ਸਾਨੂੰ ਵੱਖੋ ਵੱਖ ਪੱਖ ਸਮਝਾ ਕੇ ਔਰ ਉਹਨਾਂ ਦਾ ਪ੍ਰਭਾਵ ਦੱਸ ਕੇ ਉਹ ਅਧਿਆਤਮਿਕ ਜੀਵਨ ਵਿੱਚ ਜਾਂ ਪ੍ਰਭੂ ਦੀ ਨਦਰ ਪ੍ਰਾਪਤੀ ਦੇ ਵਿੱਚ ਕਿਵੇਂ ਰੁਕਾਵਟ ਬਣਦੇ ਹਨ, ਸਾਨੂੰ ਭਗਤ ਕਬੀਰ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਸਮਝਾਇਆ ਸੀ ਕਿ ਦੇਹ ਦਾ ਗੁਮਾਨ ਨਹੀਂ ਕਰਨਾ, ਸੁੰਦਰ ਘਰ ਮਕਾਨ ਆਦਿਕ ਦਾ ਗੁਮਾਨ ਨਹੀਂ ਕਰਨਾ, ਜੀਵਨ ਦੀ ਲੰਬੀ ਆਜੂ ਹੈ ਉਹਦਾ ਗੁਮਾਨ ਨਹੀਂ ਕਰਨਾ, ਦੇਹ ਦੇ ਵਿੱਚ ਸੁੰਦਰਤਾ ਹੈ, ਬੜਾ ਬਲ ਹੈ, ਉਹਦੇ ਵੀ ਗੁਮਾਨ ਤੋਂ ਦੂਰ ਰਹਿਣਾ ਹੈ। ਭਾਵ ਕਿ ਸਾਰੇ ਪ੍ਰਕਾਰ ਕਰਕੇ ਆਪਣੇ ਜੀਵਨ ਦੀ ਅਸਲੀਅਤ ਨੂੰ ਨੇੜੇ ਰਹਿ ਕੇ ਪ੍ਰਭੂ ਦੇ ਮਾਰਗ ਦੇ ਉੱਪਰ ਸਦੀਵ ਚੱਲਦੇ ਰਹਿਣਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਅੰਤ ਵਿੱਚ ਬਖਸ਼ਿਸ਼ ਕੀਤੀ ਸੀ, ਲੂਟਣਾ ਹੈ ਤਾਂ ਲੂਟ ਲੈ। ਕਿ ਜੀਵਨ ਦੇ ਵਿੱਚ ਜਿਵੇਂ ਸਾਨੂੰ ਆਮ ਕਰਕੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਲੱਗਦਾ ਹੈ ਕਿ ਜੀਵਨ ਦੇ ਵਿੱਚ ਬਹੁਤ ਵੱਡੇ ਸੰਪੰਨ ਮਨੁੱਖ ਬਣ ਜਾਣਾ ਜੀਵਨ ਦੀ ਅਸਲੀ ਮੰਜ਼ਿਲ ਹੈ। ਪਰ ਕੀ ਹੁੰਦਾ, ਉਹ ਅਸੀਂ ਉਹਨੂੰ ਸਰ ਵੀ ਕਰ ਲੈਂਦੇ ਹਾਂ, ਪਰ ਆਖਰ ਉਹ ਫਿਰ ਸਾਡੇ ਤੋਂ ਜੁਦਾ ਹੋ ਜਾਂਦੀ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਉੱਤਮ ਕਰਮਾਂ ਰੂਪੀ ਭਗਤੀ ਦੀ, ਬੰਦਗੀ ਦੀ, ਅਧਿਆਤਮਿਕ ਕਰਮਾਂ ਦੀ ਰਾਸ ਮਨੁੱਖ ਕਮਾ ਲਵੇਗਾ, ਸਰੀਰ ਬਿਨਸ ਜਾਏਗਾ, ਹੋਰ ਸਾਰਾ ਕੁਝ ਬਿਨਸਣਹਾਰ ਹੈ, ਪਰ ਜਿਹੜੇ ਸ਼ੁਭ ਕਰਮਾਂ ਦੀ ਰਾਸ ਕਮਾਈ ਹੈ ਉਹ ਕਦੀ ਵੀ ਜਿਹੜੀ ਹੈ ਨਹੀਂ ਬਿਨਸਣ ਵਾਲੀ ਹੁੰਦੀ। ਇਸ ਗੱਲ ਨੂੰ ਇਸ ਪ੍ਰਮਾਣ ਨਾਲ ਵੀ ਸਮਝਾਇਆ ਜਾਂਦਾ ਹੈ ਕਿ ਜਿਵੇਂ ਬੀਜ ਨੂੰ ਆਪਣਾ ਪਹਿਲਾ ਰੂਪ ਤਾਂ ਛੱਡਣਾ ਪੈਂਦਾ ਹੈ, ਪਰ ਉਹਨੂੰ ਮੁੜ ਕੇ ਵੱਡਾ ਰੂਪ ਮਿਲ ਜਾਂਦਾ, ਮੁੜ ਕੇ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਵੇਂ ਰੁੱਖਾਂ ਦੀ ਪ੍ਰਜਾਤੀ ਹੈ, ਆਰੰਭ ਦੇ ਵਿੱਚ ਇੱਕ ਬੀਜ ਹੀ ਹੋਏਗਾ, ਅੱਜ ਜਦੋਂ ਇੱਕ ਬੀਜ ਤੋਂ ਇੱਕ ਪੌਦਾ ਬਣ ਜਾਂਦਾ ਹੈ, ਉਸ ਪੌਦੇ 'ਤੇ ਹਜ਼ਾਰਾਂ ਬੀਜ ਲੱਗਦੇ ਨੇ, ਹਜ਼ਾਰਾਂ ਬੀਜਾਂ ਤੋਂ ਲੱਖਾਂ ਪੌਦਿਆਂ ਦੀ ਅਤੇ ਲੱਖਾਂ ਤੋਂ ਫਿਰ ਕਰੋੜਾਂ ਬੀਜਾਂ ਦੀ ਕਲਪਨਾ ਜਾਂ ਸੰਭਾਵਨਾ ਪੈਦਾ ਹੋ ਜਾਂਦੀ ਹੈ। ਇਸੇ ਪ੍ਰਕਾਰ ਭਗਤੀ ਦਾ ਕੀਤਾ ਕਰਮ ਸਰੀਰ ਤਾਂ ਬਿਨਸ ਜਾਏਗਾ, ਰਾਸ ਹੋ ਜਾਏਗਾ, ਪਰ ਉਹ ਸ਼ੁਭ ਕਰਮਾਂ ਦੀ ਰਾਸ ਸਦੀਵੀ ਪ੍ਰਭੂ ਦੇ ਵਿੱਚ ਅਭੇਦ ਕਰਕੇ ਅਤੇ ਜੀਵਨ ਦਾ ਵੱਡਾ ਮਨੋਰਥ ਪ੍ਰਾਪਤ ਕਰਵਾ ਦੇਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਅੱਜ ਦੇ ਸ਼ਲੋਕ ਦੇ ਵਿੱਚ ਕਿ ਅਜੇ ਤੱਕ ਕੋਈ ਐਸਾ ਨਹੀਂ ਜਨਮਿਆ ਜਾਂ ਬਹੁਤ ਘੱਟ ਜਨਮੇ ਹਨ ਜਿਹੜੇ ਆਪਣੇ ਘਰ ਨੂੰ ਅੱਗ ਲਾ ਲੈਣ। ਆਪਣੇ ਘਰ ਲਾਵੇ ਆਗ, ਕਿ ਜਿਹੜਾ ਬਹੁਤ ਕੋਈ ਬੰਦਾ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਗਾ ਸਕਦਾ ਹੈ। ਪੰਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ, ਅਤੇ ਆਪਣੇ ਪੰਜੇ ਪੁੱਤਰ ਵੀ ਸਾੜ ਦੇਵੇ ਅਤੇ ਫਿਰ ਰੱਬ ਦੇ ਵਾਲੇ ਪਾਸੇ, ਅਕਾਲ ਪੁਰਖ ਦੇ ਵਾਸਤੇ ਆਪਣਾ ਧਿਆਨ ਲਗਾਵੇ। ਇਹ ਸਰਲ ਭਾਵ ਜਿਹੜੇ ਸਾਨੂੰ ਸੁਣਨ ਦੇ ਨਾਲ ਸਾਡੇ ਮਨ ਅੰਦਰ ਉਪਜਦੇ ਨੇ ਕਿ ਸਰਲ ਜੀ ਗੱਲ ਕਹੀ ਜਾ ਰਹੀ ਹੈ ਕਿ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਹੁਣ ਇਸ ਸ਼ਲੋਕ ਨੂੰ ਗੁਰ ਸ਼ਬਦ ਵਿਚਾਰ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਐਸਾ ਕੋਈ ਨਾ ਜਨਮਿਓ। ਜਦੋਂ ਰਾਮ ਨਾਮ ਦੀ ਲੁੱਟ ਮਨੁੱਖ ਨੇ ਕਰਨੀ ਹੁੰਦੀ ਹੈ, ਅਧਿਆਤਮਿਕ ਜੀਵਨ ਦੇ ਉੱਪਰ ਚੱਲਣਾ ਹੁੰਦਾ ਹੈ, ਉਦੋਂ ਕੁਝ ਉਹਦੇ ਰਸਤੇ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਨੇ, ਕੁਝ ਅੜਚਣਾਂ ਆਉਂਦੀਆਂ ਨੇ। ਉਹਨਾਂ ਅੜਚਣਾਂ ਨੂੰ ਭਗਤ ਕਬੀਰ ਸਾਹਿਬ ਜੀ ਇਸ ਪ੍ਰਕਾਰ ਅੰਕਿਤ ਕਰਦੇ ਹਨ ਕਿ ਫਿਰ ਉਹਨਾਂ ਅੜਚਣਾਂ ਨੂੰ ਅਗਰ ਦੂਰ ਨਾ ਕੀਤਾ ਜਾਏ ਤਾਂ ਉਹ ਸਾਡੀ ਜਿਹੜੀ ਜੀਵਨ ਮਨੋਰਥ ਦੀ ਪ੍ਰਾਪਤੀ ਹੈ ਉਹਦੇ ਵਿੱਚ ਰੁਕਾਵਟ ਪਾਉਂਦੀਆਂ ਨੇ। ਔਰ ਇਹ ਅੜਚਣਾਂ ਐਸੀਆਂ ਨੇ ਜਨਮ ਤੋਂ ਬਾਅਦ ਤੁਰੰਤ ਇਹਨਾਂ ਦਾ ਦਖਲ ਸਾਡੇ ਜੀਵਨ ਵਿੱਚ ਹੋ ਜਾਂਦਾ ਹੈ,
ਤੇ ਜੀਵਨ ਦੇ ਮਰਨ ਪਰਯੰਤ ਤੱਕ, ਜਦ ਤੱਕ ਆਖਰੀ ਸਵਾਸ ਨਹੀਂ ਨਿਕਲਦਾ, ਉਦੋਂ ਤੱਕ ਇਹ ਅੜਚਨਾ ਬਣੀਆਂ ਰਹਿੰਦੀਆਂ ਹਨ। ਹੁਣ ਇਹਨਾਂ ਅੜਚਨਾ ਦਾ ਰੂਪ ਕੀ ਹੈ? ਤਾਂ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਪੰਚੋਂ ਲਰਕਾ। ਪੰਚੋਂ ਲਰਕਾ ਦਾ ਭਾਵ ਇਹ ਹੈ ਕਿ ਪੰਜੇ ਜਿਹੜੇ ਵਕਾਰ ਕਹੇ ਜਾਂਦੇ ਹਨ, ਮਾਇਆ ਦੇ ਦੂਤ ਕਹੇ ਜਾਂਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਗਰ ਇਹਨਾਂ ਨੂੰ ਇਸੇ ਪ੍ਰਕਾਰ ਕਿ ਇਸ ਸਰੀਰ ਰੂਪ ਘਰ ਦੇ ਵਿੱਚ ਜਿਹੜੇ ਪੰਜ ਵਕਾਰਾਂ ਰੂਪ ਚੋਰ ਹਨ, ਜਾਂ ਜਿਹੜੇ ਮਨੁੱਖ ਦੀ ਰੋਜ਼ਾਨਾ ਅਧਿਆਤਮਿਕ ਰਾਸ ਨੂੰ ਲੁੱਟਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਇਹਨਾਂ ਨੂੰ ਅੱਗ ਲਗਾ ਦੇਵੇ, ਜਾਂ ਕੋਈ ਬਹੁਤ ਘੱਟ ਜੰਮਦੇ ਹਨ ਜਿਹੜੇ ਆਪਣੇ ਸਰੀਰ ਘਰ ਰੂਪ ਵਿੱਚ ਰਹਿਣ ਵਾਲੇ ਇਹਨਾਂ ਪੰਜਾਂ ਵਕਾਰਾਂ ਨੂੰ ਅੱਗ ਲਾ ਕੇ ਇਹਨਾਂ ਦਾ ਨਾਸ਼ ਕਰਕੇ ਇਹਨਾਂ ਨੂੰ ਰਾਖ ਕਰ ਦੇਣ ਅਤੇ ਆਪਣੇ ਘਰ ਨੂੰ ਬਿਲਕੁਲ ਜਿਹੜਾ ਹੈ ਸਾਫ ਸੁਥਰਾ ਬਣਾ ਲੈਣ। ਹੁਣ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਆਪਣੇ ਘਰ ਲਾਵੇ ਆਗ। ਸਰੀਰ ਦੇ ਬਾਹਰ ਰੋਗ ਹੋਵੇ ਤਾਂ ਬਾਹਰੋਂ ਹੀ ਉਪਚਾਰ ਕੀਤਾ ਜਾਂਦਾ ਹੈ, ਪਰ ਕਈ ਵਾਰੀ ਸਰੀਰ ਦੇ ਵਿੱਚ ਰੋਗ ਅੰਦਰੂਨੀ ਤੌਰ 'ਤੇ ਹੈ ਤਾਂ ਉਹਦੀ ਦਵਾ ਬਾਹਰੋਂ ਵੀ ਭੇਜੀ ਜਾਂਦੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨੁੱਖ ਨੂੰ ਵਿਆਪਤ ਨੇ ਹਉਂ ਦੇ ਰੋਗ। ਹੁਣ ਮੈਡੀਕਲ ਸਾਇੰਸ ਹੋ ਸਕਦਾ ਸਰੀਰ ਦੇ ਸਾਰੇ ਰੋਗ ਪ੍ਰਮਾਣਿਤ ਕਰਦੇ, ਬਾਕਾਇਦਾ ਉਹਨਾਂ ਦਾ ਪ੍ਰਸ਼ਿਕਸ਼ਣ ਕਰਕੇ ਉਹਨਾਂ ਦੇ ਲੱਛਣ ਵੀ ਦੱਸਦੇ, ਪਰ ਮਨੁੱਖ ਨੂੰ ਪੰਜੇ ਵਕਾਰ ਵਿਆਪਤ ਨੇ। ਔਰ ਕਿਹੜੇ ਕਿਹੜੇ ਰੂਪ ਕਰਕੇ ਵਿਆਪਤ ਨੇ, ਕਿਹਦੇ ਕਿਹੜੇ ਕਾਰਨਾਂ ਕਰਕੇ ਮਨੁੱਖ ਦੇ ਵਿੱਚੋਂ ਪ੍ਰਗਟ ਹੁੰਦੇ ਨੇ, ਕਿਵੇਂ ਕਿਵੇਂ ਮਨੁੱਖ ਦੇ ਕਰਮਾਂ ਨੂੰ ਮਲੀਨ ਕਰਦੇ ਨੇ, ਇਸ ਗੱਲ ਨੂੰ ਪ੍ਰਮਾਣਿਤ ਕਰਨਾ ਬੜਾ ਔਖਾ ਹੈ, ਬੜਾ ਕਠਿਨ ਹੈ। ਪਰ ਜਿਹੜਾ ਸਤਸੰਗੀ ਰੋਜ਼ਾਨਾ ਗਿਆਨ ਦੀ ਵਿਚਾਰ ਸ਼ਰਵਣ ਕਰਦਾ ਹੈ, ਉਹ ਜਦੋਂ ਆਤਮ ਤਲ ਦੇ ਜੀਵਨ 'ਤੇ ਜਾਗਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਦੀ ਜਿਹੜੀ ਬੁੱਧੀ ਹੈ ਇੰਨੀ ਤੀਖਣ ਹੋ ਜਾਂਦੀ ਹੈ, ਇੰਨੀ ਇੰਟੈਂਸ ਹੋ ਜਾਂਦੀ ਹੈ ਕਿ ਉਹ ਵਕਾਰਾਂ ਦੇ ਹਰੇਕ ਫੁਰਨੇ ਨੂੰ ਚੁਣ ਲੈਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਚੋਰੀ ਤੋਂ ਰੋਕਣ ਦਾ ਸਭ ਤੋਂ ਪਹਿਲਾ ਯਤਨ ਕੀ ਹੈ ਕਿ ਜਿਸ ਦੁਆਰ ਦੁਆਰਾ ਚੋਰ ਨੇ ਪ੍ਰਵੇਸ਼ ਕਰਨਾ ਹੈ, ਉਸ ਦੁਆਰ ਦੇ ਉੱਪਰ ਕੋਈ ਚੰਗਾ ਰੱਖਿਅਕ ਬਿਠਾ ਦਿੱਤਾ ਜਾਵੇ। ਇਸੇ ਪ੍ਰਕਾਰ ਹੁਣ ਜਿਹੜੀ ਬੁੱਧੀ ਹੈ, ਜਿਹੜਾ ਮਨ ਹੈ, ਇਹ ਬੁੱਧੀ ਨੂੰ ਭਰਮਾ ਲੈਂਦਾ ਅਤੇ ਬੁੱਧੀ ਜਦੋਂ ਭਰਮ ਜਾਂਦੀ ਹੈ ਅਤੇ ਮਨ ਬੁੱਧੀ ਦਾ ਦਰਵਾਜ਼ਾ ਤੋੜ ਕੇ ਅਤੇ ਸਾਡੇ ਜੀਵਨ ਵਿੱਚ ਵਿਕਾਰਾਂ ਦੇ ਸਾਰੇ ਮਲੀਨ ਕਰਮ ਦਾਖਲ ਕਰ ਦਿੰਦਾ ਹੈ। ਅਤੇ ਜਦੋਂ ਤੱਕ ਬੁੱਧੀ ਦੁਬਾਰਾ ਜਾਗਰਤ ਹੋਣ ਲੱਗਦੀ ਹੈ, ਉਦੋਂ ਤੱਕ ਰਾਸ ਲੁੱਟੀ ਜਾਂਦੀ ਹੈ। ਜਿਵੇਂ ਆਪ ਜੀ ਨੇ ਆਮ ਸੁਭਾਵਿਕ ਦੇਖਿਆ ਹੋਵੇਗਾ ਕਿ ਜਿਸ ਜਗ੍ਹਾ ਕੋਈ ਸਿਕਿਉਰਿਟੀ ਗਾਰਡ ਰੱਖਿਆ ਹੁੰਦਾ, ਉਹ ਵਿਚਾਰਾ ਜਦ ਕਦੇ ਸੌਂ ਜਾਏ ਅਤੇ ਉਦੋਂ ਚੋਰਾਂ ਦਾ ਦਾਅ ਲੱਗ ਜਾਂਦਾ ਹੈ। ਸਧਾਰਨ ਜੀ ਗੱਲ ਹੈ। ਇਸੇ ਪ੍ਰਕਾਰ ਜਿਹੜੀ ਸਾਡੀ ਬੁੱਧੀ ਜਿਹਦੇ ਵਿੱਚ ਵਿਵੇਕ, ਗੁਰੂ ਕਾ ਗਿਆਨ ਅਤੇ ਜੀਵਨ ਨੂੰ ਗੁਰੂ ਉਪਦੇਸ਼ ਜਿਉਣ ਦੀ ਸਾਰੀ ਸੋਝੀ ਪਈ ਹੋਣੀ ਸੀ, ਜਦੋਂ ਉਹ ਬੁੱਧੀ ਨੂੰ ਮਨ ਆਪਣੇ ਅਧੀਨ ਕਰ ਲੈਂਦਾ ਜਾਂ ਆਪਣੀਆਂ ਵਾਸਨਾਵਾਂ ਦੇ ਅਧੀਨ ਕਰ ਲੈਂਦਾ ਹੈ, ਤਾਂ ਉਹ ਬੁੱਧੀ ਚੰਗਾ ਨਿਰਣਾ ਕਰਦਿਆਂ ਹੋਇਆਂ ਵੀ ਉਹ ਉਨੀ ਸਮਰੱਥ ਨਹੀਂ ਰਹਿੰਦੀ ਅਤੇ ਉਹ ਵਿਕਾਰਾਂ ਦੇ ਦਖਲ ਨੂੰ ਵੀ ਪ੍ਰਵਾਨਗੀ ਦੇਈ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਲੋਭ ਮਨ ਦੇ ਤਲ 'ਤੇ ਪੈਦਾ ਹੋਇਆ, ਅਤੇ ਲੋਭ ਦੇ ਮਨ ਦੇ ਤਲ 'ਤੇ ਪੈਦਾ ਹੋਇਆ, ਉਹਨੇ ਬੁੱਧੀ ਨੂੰ ਨਿਰਣਾ ਭੇਜਿਆ ਕਿ ਜਾਂ ਚੋਰੀ ਕੀਤੀ ਜਾਵੇ ਜਾਂ ਕਿਸੇ ਤਰੀਕੇ ਨਾਲ ਹੜੱਪਿਆ ਜਾਵੇ। ਹੁਣ ਬੁੱਧੀ ਥੋੜ੍ਹੀ ਜਿਹੀ ਸ਼ਵੱਛ ਹੈ, ਉਹਨੇ ਨਿਰਣਾ ਪੈਦਾ ਕੀਤਾ ਕਿ ਨਹੀਂ, ਚੋਰੀ ਕਰਨਾ ਗਲਤ ਹੈ, ਹੜੱਪਣਾ ਗਲਤ ਹੈ। ਪਰ ਫਿਰ ਮਨ ਨੇ ਕੀ ਕੀਤਾ ਕਿ ਬਾਰ-ਬਾਰ ਲੋਭ ਦਾ ਖਿਆਲ ਭੇਜਣਾ ਸ਼ੁਰੂ ਕਰ ਦਿੱਤਾ, ਅਤੇ ਬੁੱਧੀ ਵਿੱਚ ਗਿਆਨ ਦਾ ਉਪਦੇਸ਼ ਨਾ ਵਸਿਆ ਹੋਣ ਕਰਕੇ, ਸ਼ਬਦ ਦਾ ਅਭਿਆਸ ਨਾ ਹੋਣ ਕਰਕੇ ਬੁੱਧੀ ਕਮਜ਼ੋਰ ਹੈ, ਅਤੇ ਆਖਰ ਥੋੜ੍ਹੇ ਸਮੇਂ ਬਾਅਦ ਬੁੱਧੀ ਉਹਦੇ ਨਾਲ ਸਹਿਮਤ ਹੋ ਜਾਂਦੀ ਹੈ ਅਤੇ ਆਪਣੇ ਵਿਵੇਕੀ ਨਿਰਣੇ ਨੂੰ ਛੱਡ ਬੈਂਦੀ ਹੈ। ਅਤੇ ਜਦੋਂ ਵਿਵੇਕੀ ਨਿਰਣੇ ਨੂੰ ਛੱਡ ਬੈਂਦੀ ਹੈ ਅਤੇ ਫਿਰ ਵਿਕਾਰਾਂ ਦਾ ਧੜਾ ਧੜ ਦਖਲ ਵੱਧਦਾ ਜਾਂਦਾ ਹੈ, ਅਤੇ ਇੱਕ ਦਿਨ ਉਹ ਆਉਂਦਾ ਜਦੋਂ ਮਨੁੱਖ ਦਾ ਰੋਮ ਰੋਮ ਵਿਕਾਰਾਂ ਦੀ ਮੈਲ ਦੇ ਨਾਲ ਮਲੀਨ ਹੋ ਜਾਂਦਾ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ, ਕੋਈ ਐਸਾ ਨਹੀਂ ਪੈਦਾ ਹੋਇਆ ਜਾਂ ਬਹੁਤ ਘੱਟ ਨੇ। ਕੋਈ ਨਾ ਜਨਮਿਓ ਦਾ ਭਾਵ ਹੈ ਕਿ ਬਹੁਤ ਵਿਰਲਾ ਹੈ ਕੋਈ। ਆਪਣੇ ਘਰ ਲਾਵੇ ਆਗ, ਜਿਹੜਾ ਆਪਣੇ ਅੰਦਰ ਅੱਗ ਲਗਾ ਲਵੇ ਆਪਣੇ ਘਰ ਦੇ ਵਿੱਚ, ਘਰ ਦੇ ਉਸ ਹਿੱਸੇ ਦੇ ਵਿੱਚ ਜਿੱਥੇ ਵਿਕਾਰ ਵਿਆਪਤ ਨੇ। ਹੁਣ ਉਦਾਹਰਨ ਦੇ ਤੌਰ 'ਤੇ ਸਰੀਰ ਰੂਪ ਘਰ ਹੈ, ਜਦੋਂ ਪੰਜਾਂ ਵਿਕਾਰਾਂ ਦੀ ਸ਼ਨਾਖਤ ਕਰਾਂਗੇ, ਸ਼ਨਾਖਤ ਕਰਦਿਆਂ ਇਹ ਗੱਲ ਸਮਝ ਆਏਗੀ ਕਿ ਵਿਕਾਰ ਕਿੱਥੇ ਕਿੱਥੇ ਵਿਆਪਤ ਹੈ। ਇਹ ਵੀ ਬੜੀ ਸਮਝਣ ਦੀ ਲੋੜ ਹੈ। ਜਿਵੇਂ ਅੱਜ ਦੇ ਸਮੇਂ 'ਚ ਕਿਹਾ ਜਾਂਦਾ ਨਾ ਕਿ ਸਾਰੇ ਰੋਗਾਂ ਦੀ ਜੜ ਮਨੁੱਖ ਦੇ ਸਰੀਰ ਦੇ ਅੰਦਰ
ਜਿਹੜੀ ਕੁਦਰਤੀ ਜ਼ਹਿਰਾਂ ਭੋਜਨ ਜਾਂ ਹੋਰ ਚੀਜ਼ਾਂ ਖਾਣ ਦੇ ਨਾਲ ਬਣਦੀਆਂ ਜਾਂਦੀਆਂ ਨੇ, ਉਹਨਾਂ ਕਰਕੇ ਮਨੁੱਖ ਨੂੰ ਰੋਗ ਲੱਗਦੇ ਨੇ ਅਤੇ ਉਹਨਾਂ ਨੂੰ ਸਮੇਂ-ਸਮੇਂ 'ਤੇ ਆਪਣੇ ਸਰੀਰ ਵਿੱਚੋਂ ਕੱਢਦੇ ਰਹਿਣਾ ਚਾਹੀਦਾ ਕਿਸੇ ਨਾ ਕਿਸੇ ਢੰਗ ਨਾਲ। ਇਸੇ ਪ੍ਰਕਾਰ ਜਦੋਂ ਮਨੁੱਖ ਸੰਸਾਰ ਵਿੱਚ ਵਿਚਰਦਾ ਹੈ ਤਾਂ ਇੱਕ ਪੰਕਤੀ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਮਨੁੱਖ ਆਪਣੇ ਉਚੇਰੇ ਰੂਪਾਂ ਨੂੰ ਭੁੱਲ ਜਾਂਦਾ ਹੈ ਉਦੋਂ ਨਿਵਾਣ ਦੇ ਵਿੱਚ ਭਰਮਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣੇ ਕਰ ਲਾਵੇ ਆਗ ਪੰਚੋਂ ਲਰਕਾ। ਪੰਚੋ ਲਰਕਾ ਦਾ ਭਾਵ ਕਿ ਪੰਜੇ ਕਾ ਮਾਦਕ ਆਦਿਕ ਜਿਹੜੇ ਦੂਤ ਹਨ ਮਾਇਆ ਦੇ, ਇਹਨਾਂ ਨੂੰ ਜਾਰਕ ਹੈ। ਹੁਣ ਮਨੁੱਖ ਪੁੱਛੇਗਾ ਕਿ ਇਹਨਾਂ ਨੂੰ ਸਾੜਨ ਦਾ ਢੰਗ ਕੀ ਹੈ। ਹੁਣ ਹਰੇਕ ਨੂੰ ਚੀਜ਼ ਨੂੰ ਸਾੜਨਾ ਹੋਵੇ ਤਾਂ ਅਗਨੀ ਪੈਦਾ ਕਰਨੀ ਪੈਂਦੀ ਹੈ। ਤਾਂ ਪੰਜੇ ਵਿਕਾਰਾਂ ਨੂੰ ਸਾੜਨ ਦਾ ਢੰਗ ਕੀ ਹੈ ਕਿ ਜਦ ਅਸੀਂ ਗੁਰ ਸ਼ਬਦ ਦਾ ਅਭਿਆਸ ਕਰਦੇ ਹਾਂ ਤਾਂ ਸਾਡੇ ਸਿਰ ਦੇ ਵਿੱਚ ਇੱਕ ਤਰ੍ਹਾਂ ਦਾ ਰਸ ਪੈਦਾ ਹੁੰਦਾ, ਇੱਕ ਤਰ੍ਹਾਂ ਦੀ ਇਕਾਗਰਤਾ ਪੈਦਾ ਹੁੰਦੀ ਹੈ। ਜਦੋਂ ਇਹ ਬੜੀ ਇਕਾਗਰਤਾ ਪੈਦਾ ਹੋ ਜਾਂਦੀ ਹੈ, ਦੂਜੇ ਪਾਸੇ ਵਿਕਾਰ ਵੀ ਆਪਣਾ ਜਿਹੜਾ ਸ਼ੋਰ ਵਧਾਉਣਾ ਸ਼ੁਰੂ ਕਰ ਦਿੰਦੇ ਨੇ। ਇੱਧਰ ਮਨੁੱਖ ਦੀ ਜਿਹੜੀ ਬੰਦਗੀ ਵਾਲਾ ਰਸ ਬਣਿਆ ਹੋਇਆ ਹੈ ਅਤੇ ਫਿਰ ਉਹ ਇਹਦੇ ਗਿਆਨ ਦੇ ਸਹਿਤ ਬਾਲ ਲੈਂਦਾ ਹੈ। ਜਿਵੇਂ ਬਾਲਣ ਬੜਾ ਹੋਵੇ, ਭਾਵੇਂ ਕਰੋੜਾ ਮਣ ਪਿਆ ਹੋਵੇ, ਪਰ ਜੇ ਉਹਦੇ ਤੋਂ ਅੱਗ ਪੈਦਾ ਕਰਨੀ ਹੈ ਤਾਂ ਪਹਿਲੇ ਤੌਰ 'ਤੇ ਉਹਨੂੰ ਜਿਹੜੀ ਅਗਨੀ ਛਹਾਉਣੀ ਜ਼ਰੂਰੀ ਹੈ। ਤਾਂ ਇਸੇ ਪ੍ਰਕਾਰ ਜਦੋਂ ਗੁਰਸਿੱਖ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਦਾ ਹੈ ਤਾਂ ਉਹਦਾ ਜਿਹੜਾ ਬੰਦਗੀ ਦਾ ਪਿਆ ਹੋਇਆ ਉਹਦੇ ਅੰਦਰ ਬਲ ਹੈ, ਉਸ ਬਲ ਨੂੰ ਵਿਕਾਰਾਂ ਨੂੰ ਜਿੱਤਣ ਵਾਲੇ ਪਾਸੇ ਲਗਾ ਦਿੰਦਾ ਹੈ ਅਤੇ ਮਨੁੱਖ ਹੌਲੀ ਹੌਲੀ ਉਹਨਾਂ ਦੇ ਉੱਪਰ ਕਾਬੂ ਪਾ ਕੇ ਬਿਲਕੁਲ ਆਪਣੇ ਸੰਜਮ ਦੇ ਵਿੱਚ ਕਰ ਲੈਂਦਾ ਹੈ। ਕਿਸ ਪ੍ਰਕਾਰ? ਹੁਣ ਇਹ ਵੀ ਸਰਲ ਜਿਹਾ ਆਪਦੇ ਸਨਮੁਖ ਰੱਖਦੇ ਹਾਂ। ਗੁਰਸਿੱਖ ਰੋਜ਼ਾਨਾ ਬਾਣੀ ਪੜ੍ਹਦਾ ਹੈ, ਸ਼ਬਦ ਪੜ੍ਹਦਾ ਹੈ, ਇਹ ਨੇਤਰੋ ਮੇਰਿਓ ਅਰ ਤੁਮੈ ਜੋ ਤਰੀ ਹਰ ਬਿਨ ਅਵਰ ਨਾ। ਦੇਖੋ ਕੋਈ ਬੜੇ ਸਾਲ ਹੋ ਗਏ ਨੇ ਪੜ੍ਹਦਾ ਆ ਰਿਹਾ ਕੋਈ ਸਾਧਕ, ਪੜ੍ਹਦਿਆਂ ਇਸ ਸ਼ਬਦ ਦਾ ਵਿਸ਼ਵਾਸ, ਇਸ ਸ਼ਬਦ ਦੇ ਭਾਵ ਬੜੇ ਮਨ 'ਚ ਗਹਿਰੇ ਚਲੇ ਗਏ ਨੇ, ਪਰ ਅਜੇ ਕੇਵਲ ਇੰਨਾ ਕੀ ਪਤਾ ਹੈ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ। ਇਹ ਕੇਵਲ ਇੰਨਾ ਕੀ ਜਾਣਦਾ ਹੈ। ਜਦੋਂ ਗਿਆਨ ਦੀ ਵਿਚਾਰ ਸ਼ਬਦ ਵਿਚਾਰ ਦੁਆਰਾ ਇਹਨੂੰ ਵਾਚੇਗਾ ਤਾਂ ਫਿਰ ਉਹਨੂੰ ਦੀਰਘ ਸਮਝ ਆਏਗੀ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਭਾਵ ਕਿ ਉਂਝ ਇਹਨਾਂ ਨੇਤਰਾਂ ਦੇ ਵਿੱਚ ਕੋਈ ਨਹੀਂ, ਆਪਣੇ ਆਪ ਦੇ ਵਿੱਚ ਇੱਕ ਅੰਗ ਨੇ, ਪਰ ਇਹਨਾਂ ਦੇ ਅੰਦਰ ਜਿਹੜਾ ਪ੍ਰਕਾਸ਼ ਹੈ ਇਹਦਾ ਵੱਡਾ ਮਨੋਰਥ ਹੈ ਕਿ ਜੋ ਕੁਝ ਦੇਖਣਾ ਹੈ ਪ੍ਰਭੂ ਰੂਪ ਕਰਕੇ ਦੇਖਣਾ। ਅਗਰ ਇਹ ਨਹੀਂ ਦੇਖਦਾ ਤਾਂ ਇਹਦਾ ਮਤਲਬ ਇਹ ਠੀਕ ਕਰਮ ਨਹੀਂ ਕਰ ਰਿਹਾ। ਔਰ ਜੋਤ ਧਰਨ ਦਾ ਮਤਲਬ ਵੀ ਇਹੀ ਹੈ ਕਿ ਇਹਨਾਂ ਦਾ ਇਹ ਪ੍ਰਯੋਗ ਕੀਤਾ ਜਾਵੇ। ਜਦੋਂ ਗਿਆਨ ਦਾ ਇਹ ਉਪਦੇਸ਼ ਬੰਦੇ ਦੀ ਬੁੱਧੀ ਅੰਦਰ ਖੁੱਲ੍ਹਦਾ ਹੈ, ਫਿਰ ਉਹਦਾ ਪਹਿਲੀ ਜਿਹੜੀ ਭਾਵਨਾ ਜਾਂ ਜਿਹੜਾ ਬੰਦਗੀ ਦਾ ਬਣਿਆ ਹੋਇਆ ਰਸ ਹੈ ਉਹਨੂੰ ਇਹ ਕਰਮ ਕਰਨ ਦੇ ਲਈ ਬਲ ਬਖਸ਼ਦਾ ਹੈ। ਹੁਣ ਬੜੀ ਦੁਨੀਆ ਜਿਨ੍ਹਾਂ ਨੂੰ ਪਤਾ ਹੈ ਕਿ ਪੰਜ ਵਿਕਾਰ ਬੜੇ ਮਾੜੇ ਹਨ ਜਾਂ ਬੜੇ ਭਿਆਨਕ ਹਨ, ਬੜੇ ਸਿਆਣੇ ਲੋਕ ਇਹਦੇ ਬਾਰੇ ਜਾਣਦੇ ਵੀ ਹੋਣਗੇ ਪਰ ਛੁੱਟਦੇ ਨਹੀਂ, ਕਿਉਂਕਿ ਬੰਦਗੀ ਦਾ ਅਭਿਆਸ ਨਹੀਂ ਹੈ। ਇਸ ਕਰਕੇ ਉਦਾਹਰਨ ਦੇ ਤੌਰ 'ਤੇ ਜਿਵੇਂ ਮਨੁੱਖ ਕਈ ਵਾਰੀ ਰੋਗ ਦੇ ਨਾਲ, ਜਦੋਂ ਰੋਗ ਹੋ ਜਾਂਦਾ ਨਾ ਉਹਨੂੰ ਸਰੀਰ ਦੇ ਵਿੱਚ, ਤਾਂ ਦਵਾਈ ਲੈਣ ਦੇ ਨਾਲ ਵੀ ਸਰੀਰ ਵਿੱਚ ਕਮਜ਼ੋਰੀ ਵੱਧਦੀ ਹੈ। ਕਈ ਇਸ ਤਰ੍ਹਾਂ ਦੇ ਰੋਗ ਹਨ ਕਿ ਜਦੋਂ ਉਹਨਾਂ ਰੋਗਾਂ ਦੀ ਦਵਾਈ ਲਈਦੀ ਹੈ ਉਹਦੇ ਨਾਲ ਕਮਜ਼ੋਰੀ ਵੱਧਦੀ ਹੈ। ਤਾਂ ਫਿਰ ਜਦੋਂ ਰੋਗ ਠੀਕ ਹੋ ਜਾਂਦਾ ਹੈ ਫਿਰ ਚੰਗੀ ਖੁਰਾਕ ਖਾਧੀ ਜਾਂਦੀ ਹੈ। ਤਾਂ ਇਸੇ ਪ੍ਰਕਾਰ ਜਦੋਂ ਮਨ ਦੇ ਵਿੱਚ ਵਿਕਾਰ ਦਾਖਲ ਹੋ ਜਾਂਦੇ ਹਨ ਤਾਂ ਵਿਕਾਰਾਂ ਨੂੰ ਕੱਢਣ ਦੇ ਲਈ ਜਿਹੜੀ ਬੰਦਗੀ ਦਾ ਬਲ ਹੈ ਉਹ ਮਨੁੱਖ ਨੂੰ ਜ਼ਰੂਰੀ ਹੈ, ਨਹੀਂ ਤਾਂ ਵਿਕਾਰਾਂ ਦਾ ਜਿਹੜਾ ਸਾਰ ਅੰਜਾਮ ਹੈ ਉਹ ਮਨੁੱਖ ਕੋਲੋਂ ਨਹੀਂ ਜਿੱਤਿਆ ਜਾਂਦਾ। ਇਸ ਕਰਕੇ ਜਿਹੜਾ ਅਸੀਂ ਗੁਰ ਸ਼ਬਦ ਦਾ, ਗੁਰ ਮੰਤਰ ਦਾ ਅਭਿਆਸ ਕਰਦੇ ਹਾਂ ਇਸੇ ਕਰਕੇ ਹੈ ਕਿ ਜਦੋਂ ਗਿਆਨ ਦੀ ਵਿਚਾਰ ਸਾਨੂੰ ਪੂਰੀ ਤੀਖਣਤਾ ਦੇ ਨਾਲ ਸਮਝ ਵਿੱਚ ਆ ਜਾਣੀ ਹੈ ਅਤੇ ਬਾਅਦ ਜਿਵੇਂ ਉਦਾਹਰਨ ਦੇ ਤੌਰ 'ਤੇ ਚੰਗੀ ਗੱਲ ਕਿਸੇ ਨੂੰ ਸਮਝ ਆ ਜਾਏ ਤਾਂ ਬਾਅਦ 'ਚ ਉਹਦਾ ਸੁਭਾਵਿਕ ਮਨ ਕਰਦਾ ਕਿ ਮੈਂ ਇਹਨੂੰ ਆਪਣੇ ਜੀਵਨ ਵਿੱਚ ਢਾਲ ਵੀ ਲਵਾਂ, ਅਤੇ ਉਹ ਢਾਲਣ ਲੱਗਿਆਂ ਫਿਰ ਮਨ ਨੇ ਆਪਣਾ ਦਖਲ ਪੈਦਾ ਕਰਨਾ ਹੈ। ਅਤੇ ਉਸ ਸਮੇਂ ਜਿਹੜਾ ਬੰਦਗੀ ਦਾ ਬਣਿਆ ਹੋਇਆ ਧਨ ਹੈ ਉਹ ਮਨ ਦੇ ਆਪ ਹੁਦਰੇਪਣ ਨੂੰ, ਮਨ ਦੀ ਭਟਕਣ ਨੂੰ ਰੋਕ ਕੇ ਰੱਖੇਗਾ ਅਤੇ ਗੁਰਸਿੱਖ ਦਾ ਜਿਹੜਾ ਯਤਨ ਹੈ ਉਹ ਥੋੜ੍ਹਾ ਠੀਕ ਰਹੇਗਾ, ਥੋੜ੍ਹਾ ਬੱਝਵਾਂ ਰਹੇਗਾ ਅਤੇ ਉਹ ਥੋੜ੍ਹੀ ਹੌਲੀ ਹੌਲੀ ਕਰਕੇ ਆਪਣੀ ਮੰਜ਼ਿਲ ਦੀ ਤਰਫ ਵੱਧਦਾ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਕੋਈ ਨਾ ਜਨਮਿਓ, ਕੋ ਬਹੁਤ ਘੱਟ ਹਨ ਜਿਹੜੇ ਆਪਣੇ ਵਿਕਾਰਾਂ ਨੂੰ ਸਾੜਨ ਦਾ ਯਤਨ ਕਰਦੇ ਹਨ। ਹੁਣ ਕਿਵੇਂ? ਇਹਦਾ ਹੋਰ ਵੀ ਬੜੇ ਪ੍ਰਮਾਣ ਹਨ। ਉਦਾਹਰਨ ਦੇ ਤੌਰ 'ਤੇ ਜਿੰਨੇ ਮਨੁੱਖ ਆਪਣੇ ਮੂੰਹ ਦੇ ਨਾਲ ਵਿਕਾਰ ਕਰ ਲੈਂਦਾ ਹੈ ਉਹਨੇ ਆਪਣੇ ਸਾਰੇ ਸਰੀਰ ਦੇ ਨਾਲ ਨਹੀਂ ਕਰ ਸਕਦਾ। ਨੇਤਰਾਂ ਦੇ ਨਾਲ ਮਲੀਨ ਦੇਖਣਾ ਹੈ, ਇਸ ਕਰਕੇ ਇਸ ਅਭਿਆਸ ਦੇ ਵਿੱਚ ਪੈ ਜਾਓ ਕਿ ਨੇਤਰ ਮੁੰਦ ਲਏ ਜਾਣ।
ਜਾਂ ਜਦੋਂ ਨੇਤਰਾਂ ਦੇ ਨਾਲ ਦੇਖਣਾ ਹੈ ਤਾਂ ਆਪਣੀ ਬੁੱਧੀ ਵਾਲੇ ਹਿੱਸੇ ਨੂੰ ਜਗਾ ਲਓ ਅਤੇ ਚਿੰਤਨ ਦੇ ਅੰਦਰ ਇਹ ਪੰਕਤੀ ਚੱਲਣ ਲੱਗ ਪਏ ਕਿ ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ। ਦੇਖੋ ਵੀ ਪਰ ਉਹਦੇ ਨਾਲ ਗਿਆਨ ਦਾ ਚਿੰਤਨ ਵੀ ਚੱਲਦਾ ਜਾਵੇ, ਮਤਲਬ ਕੋਈ ਵੀ ਕਿਵੇਂ ਤਰ੍ਹਾਂ ਦਾ ਵੀ ਦੇਖ ਰਹੇ ਹੋ, ਪਰ ਨਾਲ ਹੀ ਇਹ ਪੰਕਤੀ ਗੁਰਸਿੱਖ ਦੇ ਅੰਦਰ ਜਿਵੇਂ ਉਹ ਦੀਪਕ ਵਾਂਗ ਹਰ ਵੇਲੇ ਜਲਦੀ ਰਹਿਣੀ ਚਾਹੀਦੀ ਹੈ ਕਿ ਮੈਂ ਸਵੇਰੇ ਉਪਦੇਸ਼ ਪੜ੍ਹਿਆ, ਹੁਣ ਜਦੋਂ ਦੇਖਣ ਦਾ ਕੰਮ ਬਣਿਆ ਅਤੇ ਮੇਰਾ ਦੇਖਣਾ ਮੇਰੇ ਗੁਰੂ ਉਪਦੇਸ਼ ਦੇ ਅਨੁਸਾਰ ਹੈ ਜਾਂ ਨਹੀਂ। ਇਸ ਤਰ੍ਹਾਂ ਦੀ ਸਾਧਨਾ ਕਰਦਿਆਂ ਕਰਦਿਆਂ ਆਖਰ ਗੁਰਸਿੱਖ ਦਾ ਜੀਵਨ ਰੋਜ਼ਾਨਾ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ, ਨਿਰਮਲ ਥੋੜ੍ਹੀ ਥੋੜ੍ਹੀ ਮੈਲ ਲੈਂਦੀ ਜਾਏਗੀ ਅਤੇ ਆਖਰ ਬਿਲਕੁਲ ਸਵੱਛ ਹੋ ਜਾਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਵਿਕਾਰਾਂ ਨੂੰ ਸਾੜਨ ਦਾ ਢੰਗ ਹੈ। ਤਾਂ ਅੱਗੇ ਆਖਦੇ ਹਨ ਰਹਿ ਰਾਮ ਲਿਵ ਲਾਗ। ਹੁਣ ਦੂਜੇ ਸ਼ਬਦ ਵਰਤਿਆ ਕਿ ਜਦੋਂ ਇਹਨਾਂ ਨੂੰ ਸਾੜ ਦਿੱਤਾ ਜਾਵੇ ਉਦੋਂ ਹੀ ਲਿਵ ਲੱਗਦੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਇਸ ਕਰਕੇ ਸਤਸੰਗੀ ਮਨੁੱਖ ਨੂੰ ਬੜਾ ਸੁਚੇਤ ਰਹਿਣਾ ਚਾਹੀਦਾ। ਉਹਦਾ 40-45 ਮਿੰਟ ਜਾਂ 1 ਘੰਟਾ ਗੁਰੂ ਘਰ ਜੁੜ ਬੈਠਣਾ ਤਾਂ ਸੌਖਾ ਹੈ, ਪਰ ਜਦੋਂ ਉਸ ਸਾਧਨਾ ਨੂੰ ਸਾਰਾ ਦਿਨ ਆਪਣੇ ਦਿਨ ਦੇ ਵਿੱਚ ਉਹਨੂੰ ਚਲਾਉਂਦੇ ਰਹਿਣਾ ਉਹ ਜ਼ਿਆਦਾ ਕਠਿਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਰਹਿ ਰਾਮ ਲਿਵ ਲਾਗ। ਇਹਨਾਂ ਪੰਜਾਂ ਕਾਮਾਦਿਕ ਵਿਕਾਰਾਂ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਜਾਵੇ ਨਾ ਤਾਂ ਲਿਵ ਜੁੜਦੀ ਹੈ। ਜੇ ਲਿਵ ਜੁੜਨ ਦਾ ਭਾਵ ਇਹ ਹੈ ਕਿ ਲਿਵ ਛੁੜਕੀ ਅਤੇ ਉਦੋਂ ਮਾਇਆ ਦਾ ਪ੍ਰਭਾਵ ਵਧਿਆ ਅਤੇ ਦੁਬਾਰਾ ਲਿਵ ਤਾਂ ਜੁੜੇਗੀ ਜੇ ਮਨੁੱਖ ਇਹਨਾਂ ਤੋਂ ਮੁਕਤ ਹੋ ਸਕਿਆ। ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਨਾ ਵਾਕ ਆਉਂਦੇ ਨੇ 6ਵੀਂ ਪੌੜੀ ਦੇ ਵਿੱਚ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਬੰਦੇ ਦਾ ਕੋਈ ਸਹਾਰਾ ਨਾ ਹੋਵੇ, ਉਹਦੀ ਕੋਈ ਸਤਿਕਾਰ ਵੀ ਨਾ ਹੋਵੇ, ਕੋਈ ਉਹਦੀ ਬਾਤ ਵੀ ਨਾ ਪੁੱਛੇ, ਉਹ ਖੁਦ ਵੀ ਵਿਚਾਰਾ ਮਾੜੀ ਹਾਲਤ ਵਾਲਾ ਹੋਵੇ, ਤਾਂ ਉਹਨੂੰ ਕਿਹਾ ਜਾਂਦਾ ਹੈ ਵਿਚਾਰੇ ਦਾ ਕੋਈ ਆਸਰਾ ਨਹੀਂ, ਬੜਾ ਨਿਮਾਣਾ ਜਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਸਾਚੀ ਲਿਵ ਦਾ ਭਾਵ ਕਿ ਵਿਕਾਰਾਂ ਤੋਂ ਉੱਪਰ ਉੱਠ ਕੇ ਆਪਣੇ ਆਤਮ ਸਰੂਪ ਦੇ ਵਿੱਚ ਅਭੇਦ ਹੋ ਕੇ ਬੰਦਾ ਆਪਣੇ ਆਦਰਸ਼ ਤੱਕ ਨਹੀਂ ਪੁੱਜਦਾ, ਉਹਨਾਂ ਚਿਰ ਦੀ ਹਾਲਤ ਨਿਮਾਣਿਆਂ ਵਾਲੀ ਹੈ, ਮਤਲਬ ਕੋਈ ਖਾਸ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਹਿ ਰਾਮ ਲਿਵ ਲਾਗ। ਹੁਣ ਲਿਵ ਦਾ ਭਾਵ ਕੀ ਹੁੰਦਾ? ਹੁਣ ਇਸ ਲਿਵ ਦੀ ਅਵਸਥਾ ਨੂੰ ਮੈਂ ਗੁਰੂ ਸਾਹਿਬਾਨ ਦੇ ਜੀਵਨ 'ਚੋਂ ਪ੍ਰਮਾਣਿਤ ਆਪ ਦੇ ਸਨਮੁਖ ਰੱਖਦਿਆਂ, ਜਦ ਗੁਰੂ ਅਰਜਨ ਦੇਵ ਸਾਹਿਬ ਤੱਤੀ ਤਵੀ 'ਤੇ ਬੈਠਦੇ ਹਨ, ਜਿਹੜੇ ਉਹਨਾਂ ਨੂੰ ਬਿਠਾ ਰਹੇ ਹਨ ਜ਼ੁਲਮੀ ਹਕੂਮਤ ਵਾਲੇ, ਉਹਨਾਂ ਨੂੰ ਗੁਰੂ ਦਾ ਦੇਹ ਸਰੂਪ ਹੀ ਸਮਝ ਆਉਂਦਾ ਹੈ। ਉਹਨਾਂ ਨੂੰ ਸਮਝ ਆਉਂਦਾ ਹੈ ਕਿ ਗੁਰੂ ਦੇਹ ਦੇ ਤਲ 'ਤੇ ਜਿਉਂ ਰਿਹਾ, ਇਸ ਕਰਕੇ ਦੇਹ ਨੂੰ ਬਿਨਸ ਕਰ ਦਿਆਂਗੇ, ਖਤਮ ਕਰ ਦਿਆਂਗੇ ਅਤੇ ਗੁਰੂ ਸੁਰਜੋਤ ਦਾ ਜਿਹੜਾ ਪ੍ਰਕਾਸ਼ ਹੈ ਉਹ ਮੱਧਮ ਪੈ ਜਾਏਗਾ। ਪਰ ਗੁਰੂ ਸਾਹਿਬ ਜੀ ਤੱਤੀ ਤਵੀ 'ਤੇ ਬੈਠ ਕੇ ਆਖਦੇ ਹਨ ਕਿ ਸੇਕ ਮੇਰੇ ਤੱਕ ਨਹੀਂ ਪੁੱਜ ਰਿਹਾ, ਜਾਂ ਜਦੋਂ ਉਹ ਕਹਿ ਰਹੇ ਹਨ ਤੇਰਾ ਭਾਣਾ ਮਿੱਠਾ ਲਾਗੇ, ਅਤੇ ਇਹਦਾ ਮਤਲਬ ਆਪਣੇ ਲਿਵ ਵਾਲੇ ਸਰੂਪ ਵਿੱਚ ਜਿਉਂ ਰਹੇ ਹਨ। ਉਹ ਲਿਵ ਦੇ ਵਿੱਚ ਇਕਾਗਰ ਹਨ ਅਤੇ ਲਿਵ ਦੇ ਵਿੱਚ ਇਕਾਗਰ ਹੋਇਆਂ ਸਰੀਰ ਦੇ ਕਸ਼ਟ, ਸਰੀਰ ਦੀਆਂ ਮੁਸ਼ਕਲਾਂ, ਇਹ ਸਾਰੀਆਂ ਤੁੱਛ ਰਹਿ ਜਾਂਦੀਆਂ ਹਨ। ਅਤੇ ਉਹਦਾ ਜਿਹੜਾ ਜਿਵੇਂ ਕਹਿੰਦੇ ਨਾ ਚੌਥੇ ਪਦ ਮੈਂ ਜਨ ਕੀ ਜਿੰਦ, ਕਿ ਤਿੰਨਾਂ ਪਦਾਂ ਤੋਂ ਲੰਘ ਕੇ ਗੁਰਮੁਖ ਚੌਥੇ ਪਦ ਵਿੱਚ ਰਹਿੰਦਾ ਹੈ, ਜਿੱਥੇ ਸੰਸਾਰ ਪਹੁੰਚ ਨਹੀਂ ਸਕਦਾ ਭਾਵੇਂ ਸੰਸਾਰ ਕਿਵੇਂ ਵੀ ਯਤਨ ਕਰ ਲਏ। ਤਾਂ ਇਸੇ ਪ੍ਰਕਾਰ ਉਹ ਜਦੋਂ ਲਿਵ ਲੱਗੀ ਹੈ ਉਹਦੇ ਕਰਕੇ ਸੰਸਾਰ ਦਾ ਕੋਈ ਕਸ਼ਟ ਨਹੀਂ ਪਹੁੰਚਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਰਾਮ ਦੇ ਵਿੱਚ ਜਦ ਲਿਵ ਜੁੜ ਜਾਏਗੀ ਤਾਂ ਫਿਰ ਕੀ ਹੋਏਗਾ ਕਿ ਉਹਦੇ ਨਾਲ ਮਨੁੱਖ ਨੂੰ ਜਿਹੜਾ ਵਿਕਾਰਾਂ ਦੇ ਪ੍ਰਭਾਵ ਹੈ ਉਹ ਨਹੀਂ ਪੋ ਸਕਣਗੇ। ਲਿਵ ਇਕਾਗਰਤਾ ਦਾ ਭਾਵ ਇੱਕ ਹੋਰ ਹੈ। ਲਿਵ ਇਕਾਗਰਤਾ ਦਾ ਭਾਵ ਇਹ ਹੈ ਕਿ ਜਿਵੇਂ ਕਈ ਵਾਰੀ ਮਨੁੱਖ ਕਿਸੇ ਕਾਰਜ ਵਿੱਚ ਖੁੱਭ ਜਾਂਦਾ ਹੈ, ਉਹਨੂੰ ਦੂਜੇ ਤਰਫ ਦਾ ਖਿਆਲ ਹੀ ਨਹੀਂ ਰਹਿੰਦਾ। ਇੰਨਾ ਜ਼ਿਆਦਾ ਕਹਿੰਦੇ ਕੋਈ ਮਹਾਤਮਾ ਬੰਦਗੀ ਕਰ ਰਿਹਾ ਸੀ, ਤਾਂ ਇਸੇ ਪ੍ਰਕਾਰ ਮਤਲਬ ਉਹ ਬੰਦਗੀ ਕਰਦਿਆਂ ਹੌਲੇ ਬੜੇ ਸਾਲ ਬੀਤ ਗਏ, ਬੜੇ ਭਾਰੀ ਅਜਗਰ ਆ ਕੇ ਉਹਨੂੰ ਵਲ ਮਾਰ ਕੇ ਬੈਠ ਗਏ, ਉਹ ਬਿਲਕੁਲ ਸੱਪਾਂ ਦੇ ਵਿੱਚ ਲਿਪਟ ਗਿਆ। ਤਾਂ ਆਖਰ ਇੱਕ ਜੰਗਲ ਦੇ ਵਿੱਚ ਰਾਹਗੀਰ ਲੰਘਦਾ ਹੋਇਆ ਦੇਖਿਆ ਕਿ ਮਹਾਤਮਾ ਬੈਠਾ ਹੈ, ਪ੍ਰਾਣ ਚੱਲ ਰਹੇ ਨੇ, ਪਰ ਬੜੇ ਭਾਰੀ ਅਜਗਰਾਂ ਨੇ ਇਹਨੂੰ ਮਤਲਬ ਵਲ ਮਾਰੇ ਨੇ, ਇਹਨੂੰ ਕੋਈ ਡਰ ਨਹੀਂ ਆਇਆ। ਤਾਂ ਉਹ ਦੇਖਦਾ ਰਿਹਾ। ਸੁਭਾਵਿਕ ਬੜੇ ਸਾਲਾਂ ਬਾਅਦ ਉਹ ਮਹਾਤਮਾ ਸਹਿਜ ਵਿੱਚ ਆਇਆ, ਅਤੇ ਉਹ ਜਦੋਂ ਸਹਿਜ ਵਿੱਚ ਆਇਆ ਉਹ ਹੌਲੀ ਦੀ ਜਿਹੜੇ ਸੱਪ ਉਤਰ ਕੇ ਅਤੇ ਆਪੋ ਆਪਣੇ ਸਾਈਡ ਨੂੰ ਚਲੇ ਗਏ। ਉਹ ਰਾਹਗੀਰ ਕੋਲ ਆਇਆ, ਉਹ ਕਹਿਣ ਲੱਗਾ ਕਿ ਤੁਹਾਡੇ ਆਲੇ ਦੁਆਲੇ ਇੰਨੇ ਸੱਪ ਲਿਪਟ ਰਹੇ, ਤੁਹਾਨੂੰ ਡਰ ਨਹੀਂ ਲੱਗਾ? ਕਹਿੰਦਾ ਮੈਨੂੰ ਤਾਂ ਇਹ ਖਿਆਲ ਵੀ ਨਹੀਂ ਰਿਹਾ ਕਿ ਸੱਪ ਕਦੋਂ ਆਏ ਅਤੇ ਕਦੋਂ ਮੈਨੂੰ ਲਿਪਟੇ। ਇਸ ਕਰਕੇ ਲਿਵ ਇਕਾਗਰਤਾ ਬੜੀ ਵੱਡੀ ਚੀਜ਼ ਹੈ। ਅੱਜ ਜਿਵੇਂ ਇਸ ਕਰਕੇ ਜਦੋਂ ਮਨੁੱਖ ਇਹਦੇ ਤਲ 'ਤੇ ਕੇਂਦਰਿਤ ਹੋ ਜਾਂਦਾ ਹੈ ਉਦੋਂ ਹੀ ਸੰਸਾਰ ਛੁੱਟਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਹਿ ਰਾਮ ਲਿਵ ਲਾਗ। ਆਪਣੀ ਲਿਵ ਤੋਂ ਸਭ ਤੋਂ ਲਿਵ ਲਾਗ ਦਾ ਇੱਕ ਹੋਰ ਵੀ ਭਾਵ ਹੈ।
ਸਭ ਤੋਂ ਪਹਿਲਾਂ ਧਿਆਨ ਇਕਾਗਰ ਕਰਨਾ ਪੈਂਦਾ। ਧਿਆਨ ਦਾ ਇਕਾਗਰ ਕਰਨ ਦਾ ਮਤਲਬ ਕਿ ਅੱਖਾਂ ਦੋ ਨੇ ਪਰ ਦੇਖਣਾ ਇੱਕ ਚੀਜ਼ ਦੇ ਉੱਪਰ ਹੈ। ਇਸੇ ਪ੍ਰਕਾਰ ਕਿ ਜੋ ਕਰਮ ਕਰਨਾ ਹੈ ਪਹਿਲਾਂ ਉਹਨੂੰ ਧਿਆਨ ਦੇ ਸਹਿਤ ਕਰਮ ਕਰੋ। ਜਦੋਂ ਧਿਆਨ ਦੇ ਵਿੱਚ ਗਿਆਨ ਸ਼ਾਮਲ ਹੋ ਜਾਂਦਾ ਹੈ ਅਤੇ ਉਹ ਕਰਮ ਜਿਹੜਾ ਹੈ ਸਾਡੇ ਜੀਵਨ ਦਾ ਸਹਿਜ ਅਨੁਭਵ ਬਣਨਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸਹਿਜ ਅਨੁਭਵ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਲਿਵ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਦੋਂ ਲਿਵ ਇਕਾਗਰਤਾ ਵਾਲੀ ਹੈ, ਲਿਵ ਇਕਾਗਰਤਾ ਵਾਲੀ ਅਵਸਥਾ ਦੇ ਵਿੱਚ ਹੀ ਬੰਦੇ ਦਾ ਟਾਈਮ ਛੋਟਾ ਪੈਂਦਾ ਹੈ। ਜਿਹੜੇ ਬੰਦੇ ਦੀ ਲਿਵ ਇਕਾਗਰਤਾ ਦਾ ਥੋੜ੍ਹਾ ਬਹੁਤਾ ਅਭਿਆਸ ਬਣਦਾ ਹੋਏਗਾ, ਉਹ ਸਮੇਂ ਦੀ ਸੀਮਾ ਤੋਂ ਥੋੜ੍ਹਾ ਬਾਹਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਅਕਸਰ ਕਹਿ ਦਿੰਦਾ ਕਿ ਇੰਨਾ ਸਮਾਂ ਬਹੁਤ ਝੱਟ ਬਤੀਤ ਹੋ ਗਿਆ, ਕਿਉਂਕਿ ਉਹਦੀ ਦੇਹ ਜਿਹੜੀ ਹੈ ਉਹ ਦੇਹ ਟਰਾਂਸਫੋਰਮੇਸ਼ਨ ਕਰਨ ਲੱਗ ਪਈ ਹੈ ਅਤੇ ਸਮੇਂ ਦਾ ਜਿਹੜਾ ਆਮ ਪ੍ਰਭਾਵ ਹੈ ਉਹਦੀ ਦੇਹ ਤੋਂ ਮਨਫੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਹਿ ਰਾਮ ਲਿਵ ਲਾਗ, ਕੋਈ ਵਿਰਲਾ ਹੈ ਜਿਹੜਾ ਵਿਕਾਰਾਂ ਨੂੰ ਸਾੜ ਕੇ ਪਰਮੇਸ਼ਰ ਦੇ ਤਰਫ ਆਪਣੀ ਲਿਵ ਇਕਾਗਰ ਕਰਨ ਦਾ ਯਤਨ ਕਰਦਾ ਹੈ। ਕੋ ਹੈ ਲਰਿਕਾ ਵੇਚਈ, ਲੜਕੀ ਵੇਚੈ ਕੋਏ। ਤਾਂ ਭਗਤ ਕਬੀਰ ਸਾਹਿਬ ਜੀ ਹੁਣ ਇੱਕ ਹੋਰ ਸ਼ਲੋਕਾਂ ਦੇ ਪੱਖ ਵਿੱਚ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਭਗਤ ਸਾਹਿਬਾਨ ਹਨ ਇਹਨਾਂ ਨੇ ਆਪਣਾ ਸਮੁੱਚਾ ਜੀਵਨ ਹੀ ਬੰਦਗੀ ਵਿੱਚ ਸ਼ਾਮਲ ਕਰ ਲਿਆ ਹੈ। ਸਮੁੱਚਾ ਜੀਵਨ ਕਿ ਜਿਹੜੀ ਵੀ ਕਿਰਿਆ ਨੂੰ ਜਿਉਂਦੇ ਹਨ ਪਰਮੇਸ਼ਰ ਦੇ ਨਾਲ ਸੰਬੰਧਿਤ ਕਰਕੇ ਜਿਉਂਦੇ ਹਨ, ਗਿਆਨ ਦੇ ਮੰਡਲ ਵਿੱਚ ਜਿਉਂਦੇ ਹਨ। ਕੋਈ ਵੀ ਕਿਰਿਆ ਹੈ, ਹੁਣ ਇਸ ਕਿਰਿਆ ਦੇ ਵਿੱਚ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਆਮ ਕਰਕੇ ਕੋਈ ਘਰ ਨੂੰ ਅੱਗ ਨਹੀਂ ਲਾਉਂਦਾ, ਇਸ ਤਰ੍ਹਾਂ ਦੀ ਗੱਲ ਵਾਪਰੇ ਜਾਂ ਨਾ ਵਾਪਰੇ ਇਹਦਾ ਇੱਕ ਵੱਖਰਾ ਪੱਖ ਹੈ। ਪਰ ਭਗਤ ਕਬੀਰ ਸਾਹਿਬ ਜੀ ਨੇ ਉਹਦਾ ਅਧਿਆਤਮਿਕ ਭਾਵ ਬਣਾ ਲਿਆ ਹੈ ਕਿ ਜਿਵੇਂ ਕੋਈ ਆਪਣੇ ਘਰ ਨੂੰ ਅੱਗ ਨਹੀਂ ਲਾ ਸਕਦਾ, ਜਿਵੇਂ ਬਾਹਰੀ ਤੌਰ 'ਤੇ ਨਹੀਂ ਕੋਈ ਲਾ ਸਕਦਾ, ਐਵੇਂ ਅੰਦਰੂਨੀ ਤੌਰ 'ਤੇ ਵੀ ਬਹੁਤ ਘੱਟ ਹੀ ਲਾਉਂਦੇ ਨੇ, ਵਿਰਲੇ ਹਨ। ਜਿਵੇਂ ਇਹ ਆਮ ਇੱਕ ਜ਼ਿੰਦਗੀ ਦਾ ਪੱਖ ਹੈ। ਤਾਂ ਇਸੇ ਪ੍ਰਕਾਰ ਅਗਲੇ ਸ਼ਲੋਕ ਦੇ ਵਿੱਚ ਜਿਹੜਾ ਭਾਵ ਬਣਦਾ ਹੈ ਕਿ ਜਿਵੇਂ ਆਮ ਦੁਨੀਆਦਾਰੀ ਦੇ ਵਿੱਚ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਸੰਜੋਗ ਕਰਦੇ ਹਾਂ ਕਿ ਪੁੱਤਰੀ ਹੋਵੇ ਤਾਂ ਕਿਸੇ ਵਰ ਦੀ ਤਲਾਸ਼ ਕਰਦੇ ਹਾਂ ਅਤੇ ਸਾਡੇ ਕੋਲ ਵਰ ਹੋਵੇ ਤਾਂ ਕੰਨਿਆ ਦੀ ਤਲਾਸ਼ ਕਰਦੇ ਹਾਂ। ਸੁਭਾਵਿਕ ਐਸਾ ਚੱਲਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਕੋ ਹੈ ਲੜਕਾ ਵੇਚਈ। ਭਗਤ ਕਬੀਰ ਸਾਹਿਬ ਜੀ ਦੇ ਦੋ ਸੰਤਾਨ ਕਹੀ ਜਾਂਦੀ ਸੀ ਕਿ ਪੁੱਤਰ ਕਮਾਲ ਅਤੇ ਧੀ ਕਮਾਲੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੋ ਹੈ ਲੜਕਾ ਵੇਚਈ, ਕੋਈ ਹੈ ਐਸਾ ਜਿਹੜਾ ਮੈਨੂੰ ਆਪਣਾ ਲੜਕਾ ਵੇਚ ਦੇਵੇ, ਜਾਂ ਲੜਕੀ ਵੇਚੈ ਕੋਈ, ਭਾਵ ਕਿ ਮੇਰੇ ਕੋਲ ਧੀਆਂ ਪੁੱਤਰ ਹਨ ਅਤੇ ਮੈਨੂੰ ਇੱਕ ਪੁੱਤਰ ਅਤੇ ਇੱਕ ਧੀ ਚਾਹੀਦੀ ਤਾਂ ਕਿ ਮੇਰੇ ਧੀਆਂ ਪੁੱਤਰਾਂ ਦਾ ਸੰਬੰਧ ਬਣ ਜਾਏ। ਸਾਂਝਾ ਕਰੈ ਕਬੀਰ ਸਿਉ ਹਰ ਸੰਗ ਵਣਜ ਕਰੇ, ਕੋਈ ਮੇਰੇ ਨਾਲ ਐਸੀ ਸਾਂਝ ਬਣਾ ਲਵੇ ਤਾਂ ਹਰ ਸੰਗ ਵਣਜ ਕਰੇ ਅਤੇ ਉਹਦੀ ਪਰਮੇਸ਼ਰ ਦੇ ਨਾਲ ਸਾਂਝ ਪੈ ਜਾਵੇਗੀ। ਹੁਣ ਇਹ ਵਾਕ ਦਾ ਸਰਲ ਭਾਵ ਹੈ। ਇਸ ਵਾਕ ਦਾ ਵਿਚਾਰਕ ਭਾਵ ਇਸ ਪ੍ਰਕਾਰ ਬਣਦਾ ਹੈ, ਕੋ ਹੈ ਲੜਕਾ ਵੇਚਈ, ਭਾਵ ਕਿ ਜੀਵਨ ਦੇ ਵਿੱਚ ਸੰਪੂਰਨਤਾ ਬਣਾਉਣੀ ਹੈ। ਜੇ ਕੋਈ ਲੜਕਾ ਵੇਚਈ, ਭਾਵ ਕਿ ਜੇ ਕੋਈ ਮੈਨੂੰ ਆਪਣਾ ਮਨ ਰੂਪ ਲੜਕਾ ਵੇਚ ਦੇਵੇ, ਮਨ ਰੂਪ ਲੜਕਾ ਵੇਚ ਦੇਵੇ ਕਿ ਭਾਵ ਮੈਨੂੰ ਆਪਣਾ ਮਨ ਅਰਪਣ ਕਰ ਦੇਵੇ, ਤਾਂ ਮੈਂ ਉਹਨੂੰ ਆਪਣੀ ਲੜਕੀ ਭਾਵ ਕਿ ਬ੍ਰਹਮ ਰੂਪ ਵਿੱਦਿਆ ਦੇਵਾਂਗਾ। ਕਿ ਉਂਝ ਮਨ ਜਿਹੜਾ ਹੈ ਉਂਝ ਭਟਕਦਾ ਰਹੇਗਾ, ਪਰ ਜੇ ਇਹਨੂੰ ਬ੍ਰਹਮ ਵਿੱਦਿਆ ਮਿਲ ਜਾਏਗੀ ਅਤੇ ਮਨ ਆਪਣੇ ਜੋਤ ਸਰੂਪ ਦੀ ਪਛਾਣ ਵਾਲੇ ਪਾਸੇ ਚੱਲ ਪਏਗਾ। ਅਤੇ ਜਦੋਂ ਜੋਤ ਰੂਪ ਨਾਲ ਪਛਾਣ ਕਰੇਗਾ ਅਤੇ ਆਪਣੇ ਸਿਖਰ ਤੱਕ ਪੁੱਜ ਜਾਏਗਾ। ਜਿਵੇਂ ਆਮ ਕਈ ਵਾਰੀ ਸਮਾਜ ਦੇ ਵਿੱਚ ਬੰਦਾ ਕਿਸੇ ਕੰਮ ਕਾਰ ਨਾਲ ਨਾ ਲੱਗੇ ਤਾਂ ਥੋੜ੍ਹੇ ਸਿਆਣੇ ਇੱਕ ਨੁਕਤਾ ਜਿਹਾ ਬਣਾ ਲੈਂਦੇ ਕਿ ਚਲੋ ਇਹਦਾ ਆਨੰਦ ਕਾਰਜ ਕਰ ਦਈਏ, ਆਪੇ ਮਜਬੂਰੀ ਦਾ ਮਾਰਿਆ ਕੰਮ ਕਰੇਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਗਰ ਕੋਈ ਆਪਣਾ ਮਨ ਰੂਪ ਲੜਕਾ ਮੈਨੂੰ ਵੇਚ ਦੇਵੇ, ਭਾਵ ਮੇਰੇ ਸਾਹਮਣੇ ਲਿਆ ਕੇ ਪੇਸ਼ ਕਰ ਦੇਵੇ, ਤਾਂ ਮੈਂ ਉਹਨੂੰ ਆਪਣੀ ਬ੍ਰਹਮ ਰੂਪ ਵਿੱਦਿਆ ਹੈ ਜਿਹੜੀ ਉਹ ਲੜਕੀ ਰੂਪ ਦੇ ਵਿੱਚ ਅਰਪਣ ਕਰ ਦੇਵਾਂਗਾ। ਅਤੇ ਜੇ ਕੋਈ ਲੜਕੀ ਰੂਪ ਬੁੱਧੀ, ਕਿ ਜੇ ਕੋਈ ਬੁੱਧੀ ਜਿਹੜੀ ਲੜਕੀ ਭਾਵ ਕਿ ਕੋਈ ਬੁੱਧੀ ਮੈਨੂੰ ਅਰਪਣ ਕਰ ਦੇਵੇ, ਤਾਂ ਮੈਂ ਉਹਨੂੰ ਗਿਆਨ ਰੂਪ ਲੜਕਾ ਦੇਵਾਂਗਾ। ਭਾਵ ਕਿ ਜਿਹੜੀ ਬੁੱਧੀ ਹੈ ਉਹ ਗਿਆਨ ਦੇ ਸਹਿਤ ਹੋ ਜਾਏਗੀ ਅਤੇ ਉਹ ਠੀਕ ਨਿਰਕਰਮਾਂ ਦਾ ਨਿਰਣਾ ਕਰਦੀ ਰਹੇਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸੇ ਪ੍ਰਕਾਰ ਸਾਂਝਾ ਕਰੈ ਕਬੀਰ ਸਿਉ, ਭਾਵ ਕਿ ਜੇ ਮੈਂ ਤੁਹਾਡੇ ਨਾਲ ਦੁਨਿਆਵੀ ਸਾਂਝ ਗੰਢਣੀ ਹੈ ਤਾਂ ਮੈਂ ਅਧਿਆਤਮਿਕ ਸਾਂਝ ਵੀ ਗੰਢਣੀ ਚਾਹੁੰਦਾ ਹਾਂ, ਤਾਂ ਕਿ ਹਰ ਸੰਗ ਵਣਜ ਕਰੇ, ਕਿ ਜਦੋਂ ਸਾਡਾ ਦੁਨਿਆਵੀ ਵਰਤਣ ਚੱਲੇ ਤਾਂ ਉਹਦੇ ਵਿੱਚ ਅਧਿਆਤਮਿਕ ਭਾਵ ਵੀ ਚੱਲੇ। ਜੇ ਇਸ ਵਾਕ ਨੂੰ ਹੋਰ ਬੜੇ ਪੱਖਾਂ ਤੋਂ ਵਾਚ ਲਈਏ ਤਾਂ ਬੜੇ ਪੱਖ ਨੇ। ਅੱਜ ਅਸੀਂ ਗੁਰਸਿੱਖ ਖਵਾਉਂਦੇ ਹਾਂ, ਅਸੀਂ ਆਪਣਾ ਜੀਵਨ ਸਾਰਾ ਗੁਰਸਿੱਖੀ ਦੇ ਅਭਿਆਸ ਵਿੱਚ ਜੀਵਿਆ ਹੁੰਦਾ ਹੈ। ਬੜੀ ਹੈਰਾਨਗੀ ਆਉਂਦੀ ਹੈ ਕਿ ਮਤਲਬ ਜਦ ਕਿ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਮੈਂ ਮਤਲਬ
ਆਮ ਉਂਝ ਠੀਕ ਹੈ ਕਿ ਉਹਨਾਂ ਆਪਣੇ ਧੀਆਂ ਪੁੱਤਰਾਂ ਦੇ ਸੰਬੰਧ ਕਰਨੇ ਨੇ, ਪਰ ਉਹ ਕਹਿੰਦੇ ਗਿਆਨ ਵਿੱਚ ਹੋਣੇ ਚਾਹੀਦੇ ਨੇ, ਬੰਦਗੀ ਦੇ ਵਿੱਚ ਹੋਣੇ ਚਾਹੀਦੇ ਨੇ, ਅਧਿਆਤਮਿਕ ਜੀਵਨ ਵਾਲੇ ਹੋਣੇ ਚਾਹੀਦੇ ਨੇ, ਤਾਂ ਕਿ ਦੁਨਿਆਵੀ ਸੰਬੰਧਾਂ ਨੂੰ ਜਿਉਂਦਿਆਂ ਜਿਉਂਦਿਆਂ ਪਰਮੇਸ਼ਰ ਦੇ ਪਰਮ ਪ੍ਰਾਪਤੀ ਤੱਕ ਵੀ ਪੁੱਜਿਆ ਜਾਵੇ। ਜਿਵੇਂ ਗੁਰਬਾਣੀ 'ਚ ਵਾਕ ਆਉਂਦਾ ਨਾ, ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਏਕ ਜੋ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਇਹਦੋਂ ਵੱਡੀ ਗ੍ਰਸਤ ਦੀ ਮਿਸਾਲ ਕਿਹੜਾ ਬੰਦਾ ਕਿਤੋਂ ਲੱਭ ਕੇ ਦਿਖਾ ਦੇਗਾ। ਗੁਰੂ ਸਾਹਿਬ ਜੀ ਕਹਿ ਰਹੇ ਵੀ ਪਤੀ ਪਤਨੀ ਜਾਂ ਕੰਤ ਸੁਹਾਗਣ ਉਹਨੂੰ ਨਹੀਂ ਕਿਹਾ ਜਾਂਦਾ ਜਿਹੜੇ ਦੋ ਜਾਣੇ ਹੋਣ ਤਾਂ ਨੇੜੇ ਨੇੜੇ ਬੈਠੇ ਹੋਣ। ਕਹਿੰਦੇ ਉਹ ਇਸ ਤਰ੍ਹਾਂ ਹੋਣੇ ਚਾਹੀਦੇ ਕਿ ਜਿਵੇਂ ਦੋ ਦੀਵੇ ਜੋੜ ਦਈਏ ਅਤੇ ਉਹਨਾਂ ਦੀ ਲਾਟ ਇੱਕ ਹੋ ਜਾਂਦੀ ਹੈ। ਗ੍ਰਸਤ ਇਵੇਂ ਦਾ ਹੋਣਾ ਚਾਹੀਦਾ। ਇੰਜ ਦਾ ਗ੍ਰਸਤ ਦਾ ਸਾਨੂੰ ਕਿੱਥੇ ਪਤਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਸੰਗ ਬਨਜ ਕਰੇ, ਮੇਰੇ ਨਾਲ ਜਿਸ ਨੇ ਬਨਜ ਕਰਨਾ ਹੈ ਉਹ ਇਸ ਤਰ੍ਹਾਂ ਦਾ ਕਰੇ। ਅਤੇ ਇਸੇ ਪ੍ਰਕਾਰ ਇਹਦਾ ਭਾਵ ਇਹ ਵੀ ਹੈ ਕਿ ਜਦ ਅਸੀਂ ਆਪਣਾ ਗੁਰੂ ਨੂੰ ਮਨ ਅਰਪਣ ਕਰਦੇ ਹਾਂ ਤਾਂ ਮਨ ਅਰਪਣ ਕਰਨ ਤੋਂ ਬਾਅਦ ਸਾਨੂੰ ਗੁਰੂ ਕੋਲੋਂ ਗਿਆਨ ਦੀ ਬ੍ਰਹਮ ਵਿੱਦਿਆ ਦੀ ਦਾਤ ਮਿਲਦੀ ਹੈ, ਤਾਂ ਸਾਡਾ ਜਿਹੜਾ ਮਨ ਹੈ ਸਵਰ ਜਾਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਸੰਗ ਬਨਜ ਕਰੇ। ਨੁਕਤਾ ਸਾਂਝਾ ਕਰ ਰਿਹਾ ਸਾਂ ਕਿ ਜਦ ਅਸੀਂ ਸੰਜੋਗ ਜੋੜਦੇ ਹਾਂ, ਗੁਰਸਿੱਖੀ ਅਭਿਆਸ ਵਾਲੇ ਹੁੰਦੇ ਹਾਂ, ਤਲਾਸ਼ 1% ਵੀ ਗੁਰਸਿੱਖੀ ਵਾਲੀ ਨਹੀਂ ਹੁੰਦੀ, 1% ਵੀ। ਉਂਝ ਸਾਰਾ ਮਤਲਬ ਬਹੁਤ ਜੀਵਨ ਗੁਰਸਿੱਖੀ 'ਚ ਜਿਉਂ ਲਿਆ। ਜਦ ਸੰਬੰਧ ਜੋੜਨੇ ਨੇ ਤਾਂ ਕੇਵਲ ਮਾਇਆ ਦਾ ਦ੍ਰਿਸ਼ਟੀਕੋਣ ਸਾਹਮਣੇ ਰਹਿ ਜਾਂਦਾ ਹੈ। ਮਾਇਆ ਦਾ ਦ੍ਰਿਸ਼ਟੀਕੋਣ ਰਹਿਣ ਦਾ ਮਤਲਬ ਕੀ ਹੈ ਕਿ ਪਦਾਰਥਕ ਤੌਰ 'ਤੇ ਕਿੰਨਾ ਸੰਪੰਨ ਹੈ, ਜਿਹੜੀ ਦੁਨਿਆਵੀ ਸੁੱਖ ਸਹੂਲਤਾਂ ਦੇ ਨਾਲ ਕਿੰਨਾ ਭਰਪੂਰ ਹੈ, ਸਾਡੇ ਲਈ ਇਹ ਮਾਇਨੇ ਹਨ। ਉਹ ਬੰਦਾ ਵਾਸ਼ਨਾ ਤੋਂ ਰਹਿਤ ਹੈ, ਇਹ ਸਾਡੇ ਲਈ ਮਾਇਨੇ ਨਹੀਂ। ਵਰ ਲੱਭਦੇ ਹਾਂ, ਕਦੀ ਸੋਚਿਆ ਕਿ ਪੁੱਛਿਆ ਕਦੀ ਜੇ ਬੰਦਾ ਤੁਹਾਡਾ ਜਿਹੜਾ ਜਿਹਨੂੰ ਅਸੀਂ ਖੋਜ ਕਰ ਰਹੇ ਹਾਂ ਇਹ ਵਿਕਾਰਾਂ ਦੀ ਵਾਸ਼ਨਾ ਤੋਂ ਰਹਿਤ ਹੈ ਜਾਂ ਨਹੀਂ, ਇਹ ਗ੍ਰਸਤ ਦੀ ਮਰਜ਼ਾਦਾ ਨੂੰ ਸੁੱਚੇ ਰੂਪ ਦੇ ਵਿੱਚ ਪਾਲ ਲਏਗਾ ਕਿ ਨਹੀਂ, ਇਸ ਗੱਲ ਦੀ ਕੋਈ ਪੁੱਛ ਗਿੱਛ ਨਹੀਂ ਕਰਦਾ। ਉਹਨੂੰ ਬਸ ਹੈ ਬਸ ਇਹਦੀ ਸ਼ਕਲ ਸੋਹਣੀ ਹੋਵੇ, ਇਹਦੀਆਂ ਸਹੂਲਤਾਂ ਭਰਪੂਰ ਹੋਣ। ਅੱਜ ਲੋਕਾਂ ਦੇ ਅਖਲਾਕੀ ਜੀਵਨ ਇੰਨੇ ਗਿਰੇ ਹਨ ਕਿ ਕਿਸੇ ਵੀ ਘਰ ਦੇ ਵਿੱਚੋਂ ਗ੍ਰਸਤ ਦੀ ਸੁੱਚੀ ਮਰਜ਼ਾਦਾ ਲੱਭਣੀ ਹੋਵੇ ਅਸੰਭਵ ਹੋ ਗਈ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ, ਕਿਉਂਕਿ ਲੇਟੈਂਟ ਵੀ ਪਿਛਲੇ ਵਿਆਖਿਆ ਦੇ ਪ੍ਰਵਾਹ ਦੇ ਵਿੱਚ ਮੈਂ ਲੇਟੈਂਟ ਅਰਥਾਂ ਦੀ ਗੱਲ ਨਹੀਂ ਕਰਦਾ ਰਿਹਾ, ਕਿਉਂਕਿ ਕਈ ਵਾਰੀ ਕਈਆਂ ਨੂੰ ਨਾ ਬਰਦਾਸ਼ਤਯੋਗ ਹੋ ਜਾਂਦੀ ਹੈ। ਪਰ ਲੇਟੈਂਟ ਦੇ ਅਰਥ ਅਸੀਂ ਨਾ ਕਰਾਂਗੇ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਗੁਰਬਾਣੀ ਅੱਜ ਵੀ ਸਾਡੇ ਲਈ ਓਡੇ ਵੱਡੇ ਅਰਥ ਦਾ ਪਸਾਰ ਸਾਨੂੰ ਗਿਆਨ ਰੂਪ ਦੇ ਵਿੱਚ ਦਿੰਦੀ ਹੈ। ਤਾਂ ਇਸੇ ਪ੍ਰਕਾਰ ਨਾ ਅਸੀਂ ਆਪਣੇ ਦਾ ਸਾਜਿਆ ਹੁੰਦਾ, ਨਾ ਅਗਲੇ ਦਾ ਸਾਜਿਆ ਹੁੰਦਾ। ਹੁਣ ਦੇਖੋ, ਅਸੀਂ ਗੁਰੂ ਘਰ ਕੋਈ ਵਸਤ ਭੇਟ ਕਰਦੇ ਹਾਂ ਤਾਂ ਕਿੰਨਾ ਯਤਨ ਰਹਿੰਦਾ ਹੈ ਕਿ ਨਵੀਂ ਹੋਵੇ, ਸੁੱਚੀ ਹੋਵੇ, ਚੰਗੀ ਹੋਵੇ। ਹਰੇਕ ਬੰਦਾ ਭਾਵੇਂ ਉਹ ਸਧਾਰਨ ਹੈ, ਭਾਵੇਂ ਬੜਾ ਅਮੀਰ ਹੈ, ਯਤਨ ਰਹਿੰਦਾ ਹੈ ਨਾ। ਅਤੇ ਜਿਹੜੇ ਬੱਚਿਆਂ ਨੂੰ ਗ੍ਰਸਤ ਦੇ ਬੰਧਨ ਦੇ ਲਈ ਗੁਰੂ ਦੇ ਸਨਮੁਖ ਗੁਰੂ ਦੀ ਸਾਖੀ ਪਾ ਕੇ ਗ੍ਰਸਤ ਦੇ ਨਿਯਮ ਵਿੱਚ ਬੰਨ੍ਹਣਾ, ਉਹ ਕਿੰਨੀ ਬੰਦਗੀ ਜਾਂ ਕਿੰਨੇ ਗਿਆਨ ਜਾਂ ਕਿੰਨੇ ਉੱਚੇ ਜੀਵਨ ਦੇ ਨਾਲ ਸ਼ੁੱਧ ਹੋਏ ਅਸੀਂ ਗੁਰੂ ਸਾਹਮਣੇ ਹਾਜ਼ਰ ਕਰ ਰਹੇ ਹਾਂ, ਇਸ ਗੱਲ ਦੀ ਚਿੰਤਾ ਕੌਣ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੇ। ਇਸ ਕਰਕੇ ਮੇਰੇ ਨਾਲ ਜਿੰਨੇ ਸਾਂਝ ਬਣਾਉਣੀ ਹੈ ਉਹ ਇਸ ਰੂਪ ਦੇ ਵਿੱਚ ਕਰੇ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ, ਜੋ ਪੁਰਖ ਹੈ ਕਰ ਭਗਤੀ ਨਾਰ ਹੈ। ਜਿਹੜੀ ਇਸਤਰੀ ਹੈ, ਗੁਰਬਾਣੀ ਵਿੱਚ ਵਾਕ ਆਉਂਦਾ ਗ੍ਰਸਤ ਤਾਂ ਨਿਭੇਗਾ ਕਿ ਉਹ ਭਗਤੀ ਹੋ ਜਾਵੇ, ਇਸਤਰੀ ਭਗਤੀ ਹੋ ਜਾਵੇ ਅਤੇ ਪੁਰਖ ਗਿਆਨ ਹੋ ਜਾਵੇ। ਕਿ ਮਤਲਬ ਕਿ ਭਗਤੀ ਅਤੇ ਗਿਆਨ ਦਾ ਇਸ ਕਰਕੇ ਗ੍ਰਸਤ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਸੰਗਮ ਬਣੇਗਾ ਤਾਂ ਜੀਵਨ ਦੇ ਵਿੱਚ ਕੋਈ ਉਚੇਰਾ ਪੱਖ ਪੈਦਾ ਹੋਏਗਾ। ਨਹੀਂ ਤਾਂ ਦੁਨੀਆਦਾਰੀ ਦੇ ਤਣਾਅ ਦੇ ਬਣੇ ਰਹਿਣਗੇ, ਉਹਦੇ ਵਿੱਚ ਹੀ ਮਨੁੱਖ ਭਰਮਾਂ ਦਾ ਰਹੇਗਾ ਅਤੇ ਉਹਨੂੰ ਕਦੇ ਨਾ ਪਛਾਣ ਆਏਗੀ ਕਿ ਮੈਂ ਪ੍ਰਭੂ ਤੋਂ ਉਪਜਿਆ ਹਾਂ ਜਾਂ ਨਹੀਂ। ਇਸ ਗੱਲ ਦਾ ਉਹਨੂੰ ਖਿਆਲ ਹੀ ਨਹੀਂ ਰਹੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਸੰਗ ਬਨਜ ਕਰੇ। ਜਿਨ੍ਹੇ ਪਰਮੇਸ਼ਰ ਤੋਂ ਮੁਕਤੀ ਰੂਪ ਦਾਤ ਲੈਣੀ ਹੈ ਤਾਂ ਉਹ ਮੇਰੇ ਨਾਲ ਇਸ ਰੂਪ ਦੇ ਵਿੱਚ ਸੰਬੰਧ ਜੋੜੇ, ਜਾਂ ਮੈਂ ਜਦੋਂ ਆਪਣੇ ਗੁਰੂ ਨਾਲ ਸੰਬੰਧ ਜੋੜਾਂ ਤਾਂ ਇਸ ਰੂਪ ਦੇ ਵਿੱਚ ਕਰਨ ਦਾ ਯਤਨ ਕਰਾਂ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਕਬੀਰ ਇਹ ਚੇਤਾਵਨੀ। ਭਗਤ ਕਬੀਰ ਸਾਹਿਬ ਜੀ ਦੇ ਸਨਮੁਖ ਕਿਸੇ ਵਿਸ਼ਿਆਂ ਦੇ ਵਿੱਚ ਖੁਬੇ ਬੰਦੇ ਨੇ ਭੋਗਾਂ ਦੀ, ਵਿਸ਼ਿਆਂ ਦੀ, ਵਿਕਾਰਾਂ ਦੇ ਸਵਾਦਾਂ ਦੀ ਬੜੀ ਗੱਲ ਕੀਤੀ। ਤਾਂ ਭਗਤ ਕਬੀਰ ਸਾਹਿਬ ਜੀ ਸੰਬੋਧਨ ਹੁੰਦਾ ਕਹਿਣ ਲੱਗੇ ਕਬੀਰ ਇਹ ਚੇਤਾਵਨੀ। ਹੇ ਭਾਈ, ਮੈਨੂੰ ਤੇ ਤੈਨੂੰ ਮੇਰੀ ਇਹ ਚੇਤਾਵਨੀ ਹੈ। ਮਤ ਸਹਿਸਾ ਰਹਿ ਜਾਏ, ਕਿਤੇ ਤੂੰ ਗੁੰਮਰਾਹ ਨਾ ਰਹਿ ਜਾਏ, ਤੈਨੂੰ ਭੁਲੇਖਾ ਨਾ ਰਹਿ ਜਾਏ ਜਾਂ ਸ਼ੰਕਾ ਨਾ ਰਹਿ ਜਾਏ। ਪਾਸ਼ੈ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹੇ। ਕਿ ਜਿਹੜੇ ਭੋਗਾਂ ਨੂੰ ਮਾਣ ਕੇ ਕਹਿੰਦਾ ਮੈਂ ਬੜਾ ਚੰਗਾ ਜੀਵਨ ਜਿਉਂ ਲਿਆ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਸ਼ੈ ਭੋਗ ਜੋ ਭੋਗਵੇ,
ਤੇ ਇਹਨਾਂ ਭੋਗਾਂ ਦਾ ਸਵਾਦ ਪਤਾ ਕਿੰਨਾ ਕੁ ਹੈ ਜਾਂ ਕਿੰਨੀ ਕੁ ਇਹਨਾਂ ਦੀ ਔਕਾਤ ਹੈ। ਜਿਵੇਂ ਰੋਟੀ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਖਾ ਲਈਏ, ਉਹ ਕਿੰਨਾ ਖਸ ਕੇਵਲ ਮੂੰਹ ਦਾ ਸਵਾਦ ਥੋੜ੍ਹਾ ਮਿਠਾਸ ਭਰਿਆ ਹੋ ਜਾਵੇ ਤਾਂ ਉਹ ਥੋੜ੍ਹੀ ਜਿਹੀ ਮਾਤਰਾ ਵਿੱਚ ਮਿਲਦਾ ਹੈ। ਜਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਸੇ ਦੁਕਾਨ ਤੋਂ ਖਰੀਦ ਕੇ ਜਿਹੜਾ ਝੁੰਗੇ ਰੂਪ ਦੇ ਵਿੱਚ ਥੋੜ੍ਹਾ ਮਿੱਠਾ ਜਿਹਾ ਮਿਲ ਜਾਂਦਾ ਨਾ, ਇਹ ਭੋਗਾਂ ਦੇ ਸਵਾਦ ਇੰਨੇ ਕੀ ਨੇ। ਜਾਂ ਇਸ ਬਾਗ ਦਾ ਇਹ ਵੀ ਭਾਗ ਬਣਦਾ ਹੈ ਕਿ ਜਿਹੜੇ ਵਕਾਰਾਂ ਨੂੰ ਤੂੰ ਬੜੇ ਮਿੱਠੇ ਕਰਕੇ ਮੰਨਿਆ ਜਾਂ ਜਿਨ੍ਹਾਂ ਨੂੰ ਬੜਾ ਚੰਗਾ ਕੱਥ ਰਿਹਾ, ਇਹਨਾਂ ਵਕਾਰਾਂ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਇਹਨਾਂ ਦੇ ਬਦਲੇ ਥੋੜ੍ਹਾ ਜਿਹਾ ਗੁੜ ਲੈ ਕੇ ਦਿਖਾਲ। ਮਤਲਬ ਬਾਜ਼ਾਰ ਦੇ ਵਿੱਚ ਜਾ ਅਤੇ ਉਹਨੂੰ ਕਹਿ ਕੇ ਮੈਂ ਜਿਹੜਾ ਵਕਾਰਾਂ ਦੇ ਸਵਾਦ ਮਾਣੇ ਹਨ, ਇਹਦੇ ਬਦਲੇ ਮੈਨੂੰ ਕੋਈ ਗੁੜ ਮਿਠਾਸ ਕੋਈ ਸ਼ੁੱਭ ਗੁਣ ਦਿਓ। ਕਹਿੰਦੇ ਨਹੀਂ ਮਿਲਣ ਵਾਲਾ। ਪਰ ਇਹਦੇ ਮੁਕਾਬਲੇ ਜੇ ਤੂੰ ਰਾਮ ਨਾਮ ਦਾ ਰਸ ਮਾਣਿਆ ਹੋਏਗਾ, ਪਰਮ ਰਸ ਦੇ ਵਿੱਚ ਭੇਦ ਹੋਇਆ ਹੋਏਗਾ, ਤਾਂ ਤੈਨੂੰ ਜੀਵਨ ਦੇ ਵਿੱਚ ਮਨ ਦਾ ਸਕੂਨ, ਆਤਮ ਜੀਵਨ ਦੀ ਸ਼ੁੱਧਤਾ, ਜੀਵਨ ਦੇ ਉੱਚੇਪਣ ਦੇ ਜਿਹੜੇ ਸ਼ੁੱਭ ਗੁਣ ਹਨ ਉਹ ਸਾਰੇ ਪ੍ਰਾਪਤ ਹੋਣਗੇ। ਇਸ ਕਰਕੇ ਕਬੀਰ ਚੇਤਾਵਨੀ, ਚੇਤਾਵਨੀ ਦਾ ਭਾਵ ਇਹ ਹੈ ਕਿਉਂਕਿ ਬੰਦੇ ਵਿਸ਼ਿਆਂ ਦੇ ਵਿੱਚ ਭੁੱਲੇ ਹੋਏ। ਜਿਵੇਂ ਸਾਡੇ ਭਾਰਤ ਦੇ ਵਿੱਚ ਇੱਕ ਐਸਾ ਅਭਿਆਸ ਪੈਦਾ ਹੋਇਆ ਕਿਸੇ ਸਮੇਂ, ਉਹਨਾਂ ਨੇ ਕਿਹਾ ਕਿ ਅਗਰ ਕਾਮ ਨੂੰ ਰੱਜ ਕੇ ਮਾਣਿਆ ਜਾਵੇ, ਜਿੰਨੀ ਜ਼ਿਆਦਾ ਮਨ ਕਾਮ ਦੀ ਮੰਗ ਕਰਦਾ ਉਨੀ ਪੂਰੀ ਕਰ ਦਿੱਤੀ ਜਾਵੇ, ਤਾਂ ਜੀਵਨ ਦੇ ਵਿੱਚ ਪਰਮ ਪੂਰਾ ਆਨੰਦ ਬਣੇਗਾ। ਤਾਂ ਸਿਲਸਿਲਾ ਕੀ ਹੋਇਆ, ਜਿਹੜੇ ਲੋਕ ਉਸ ਮਾਰਗ 'ਤੇ ਚੱਲੇ ਆਖਰ ਜੀਵਨ ਦੀ ਇੰਨੀ ਗਿਰਾਵਟ, ਇੰਨੀ ਮਲੀਨਤਾ ਤੱਕ ਚਲੇ ਗਏ ਕਿ ਜੀਵਨ ਦਾ ਮੁੜ ਕੇ ਕੋਈ ਸਵਾਦ ਨਾ ਰਿਹਾ, ਤਾਂ ਜੀਵਨ ਨਰਕ ਬਣ ਗਿਆ। ਇਸ ਕਰਕੇ ਦੁਨੀਆ ਦੇ ਭੋਗਾਂ ਨੂੰ ਨਾ ਸਮੁੰਦਰ ਦੇ ਪਾਣੀ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਕਹਿੰਦੇ ਕਿਸੇ ਬੰਦੇ ਨੂੰ ਪਾਣੀ ਦੀ ਪਿਆਸ ਲੱਗੀ, ਉਹਨੇ ਸਮੁੰਦਰ 'ਚੋਂ ਚੁਲੀ ਭਰ ਲਈ, ਚੁਲੀ ਭਰ ਕੇ ਅਜੇ ਹਟਿਆ ਹੀ ਫਿਰ ਪਿਆਸ ਲੱਗ ਗਈ, ਫਿਰ ਭਰੀ, ਸਾਰਾ ਦਿਨ ਇਉਂ ਕਰਦਾ ਰਿਹਾ, ਪਿਆਸ ਬੁਝੇ ਨਾ। ਨੇੜਿਓਂ ਕੋਈ ਸਮੁੰਦਰ ਦੇ ਬਾਰੇ ਜਾਣਕਾਰ ਲੰਘ ਰਿਹਾ ਸੀ, ਉਹ ਕਹਿਣ ਲੱਗਾ ਸਮੁੰਦਰ ਦੇ ਪਾਣੀ ਨਾਲ ਕਦੀ ਪਿਆਸ ਨਹੀਂ ਮਿਟਦੀ ਕਿਉਂਕਿ ਇਹ ਖਾਰਾ ਹੁੰਦਾ। ਇਸ ਕਰਕੇ ਤੂੰ ਖਾਰਾ ਪੀ ਰਿਹਾ, ਖਾਰਾ ਫਿਰ ਤੇਰੇ ਅੰਦਰ ਖਾਰਾਪਣ ਪੈਦਾ ਕਰਦਾ ਹੈ ਤਾਂ ਤੇਰੀ ਪਿਆਸ ਮਿਟਦੀ ਨਹੀਂ। ਇਸ ਕਰਕੇ ਕਿਤੋਂ ਦੂਜੇ ਥਾਂ ਤੋਂ ਜਿਹੜੇ ਜਲ ਦੇ ਵਿੱਚ ਖਾਰਾਪਣ ਨਾ ਹੋਵੇ ਉਹਨੂੰ ਪੀ, ਤੇਰੀ ਪਿਆਸ ਮਿਟੇਗੀ। ਇਸ ਕਰਕੇ ਤੂੰ ਜਿਹੜਾ ਸਮਝ ਰਿਹਾ ਕਿ ਦੁਨੀਆ ਦੇ ਭੋਗਾਂ ਨਾਲ ਮੈਨੂੰ ਰੱਜ ਆ ਜਾਏਗਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਭੋਗਾਂ ਦਾ ਰੱਜ ਤੈਨੂੰ ਅਤ੍ਰਿਪਤ ਹੀ ਰੱਖੇਗਾ। ਇਸ ਕਰਕੇ ਜੇ ਰੱਜ ਕਾਣਾ ਹੈ, ਭਾਵ ਕਿ ਜੇ ਭੋਗ, ਜੇ ਮਨ ਦਾ ਆਨੰਦ ਹੁਲਾਸ ਮੰਨਣਾ ਹੈ ਤਾਂ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ, ਉਹਦੇ ਵਿੱਚ ਹੀ ਪਰਮ ਰਸ ਹੈ। ਅਸੀਂ ਆਨੰਦ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਕਦੇ ਨਾ ਗੁਰਬਾਣੀ ਨੂੰ ਆਪਣੀ ਪ੍ਰੇਰਣਾ ਬਣਾ ਕੇ ਵੀ ਜਿਉਣਾ ਚਾਹੀਦਾ ਹੈ। ਜਿਉਣ ਦਾ ਮਤਲਬ ਕੀ ਹੈ, ਆਨੰਦ ਸਾਹਿਬ ਮੈਂ ਮਤਲਬ ਜਿਵੇਂ ਨਿਤਨੇਮ ਕਰਦਾ ਰੋਜ਼ਾਨਾ, ਤਾਂ ਦੇਖੀਦਾ ਕਿ ਹੌਲੀ ਹੌਲੀ ਸਮਝ ਆ ਰਹੀ ਕਿ ਨਿਤਨੇਮ ਕੀ ਹੁੰਦਾ ਹੈ, ਹੌਲੀ ਹੌਲੀ ਆ ਰਹੀ ਹੈ। ਮਤਲਬ ਕੀ ਹੈ ਕਿ ਅਸੀਂ ਰੋਜ਼ਾਨਾ ਵਾਕ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆਂ। ਮਨੁੱਖ ਸੋਚੇ ਵੀ ਵਾਕਿਆ ਐਂ ਹੋ ਵੀ ਸਕਦਾ ਹੈ ਕਿ ਬੰਦੇ ਦੀ ਸਾਰੀਆਂ ਭੁੱਖਾਂ ਖਤਮ ਹੋ ਜਾਣ ਜਦੋਂ ਸੱਚਾ ਨਾਮ ਆਧਾਰ ਬਣ ਜਾਏ, ਤਾਂ ਵਾਕਿਆ ਹੁੰਦੀਆਂ ਨੇ। ਮੈਂ ਦੇਖੇ ਨੇ ਐਸੇ ਬੜੇ ਅਭਿਆਸ ਵਾਲੇ ਗੁਰਸਿੱਖ ਕਿ ਉਹਨਾਂ ਨੇ ਜੀਵਨ ਬੰਦਗੀ ਵਿੱਚ ਇੰਨਾ ਸ਼ਾਮਲ ਕਰ ਲਿਆ ਕਿ ਕਿਸੇ ਪ੍ਰਕਾਰ ਦੀ ਆਕਾਂਖਿਆ ਨਹੀਂ। ਇੱਕ ਅਭਿਆਸੀ ਗੁਰਸਿੱਖ ਦੇ ਨਾਲ ਮਿਲਾਪ ਹੋਇਆ ਤਾਂ ਸਵੇਰ ਤੋਂ ਸ਼ਾਮ ਤੱਕ ਰਿਹਾ ਕੇਵਲ ਜਲ ਅਤੇ ਉਹਦਾ ਆਹਾਰ। ਤਾਂ ਮੈਂ ਕਿਹਾ ਜੀ ਇਹ ਕਿਤੇ ਹੱਠ ਤਾਂ ਨਹੀਂ ਤੁਹਾਡੇ ਮਨ ਦਾ ਕਿ ਤੁਸੀਂ ਕੇਵਲ ਜਲ ਹੀ ਲੈਂਦੇ ਹੋ, ਭੋਜਨ ਪਾਣੀ ਨਹੀਂ ਛਕਦੇ? ਕਹਿਣ ਲੱਗੇ ਕਿ ਲੋੜ ਹੀ ਨਹੀਂ ਮਹਿਸੂਸ ਹੁੰਦੀ। ਕਹਿੰਦੇ ਪਦਾਰਥਾਂ ਦੀ ਗੱਲ ਨਹੀਂ, ਪਦਾਰਥ ਬੜੇ ਪਏ ਨੇ ਮੇਰੇ ਕੋਲ, ਪਰ ਕਹਿੰਦੇ ਜਦੋਂ ਲੋੜ ਹੀ ਨਹੀਂ ਮਹਿਸੂਸ ਹੋ ਰਹੀ, ਮੇਰਾ ਉਂ ਹੀ ਰੱਜ ਜਿਹਾ ਬਣਿਆ ਰਹਿੰਦਾ ਮੇਰੇ ਮਨ ਦਾ, ਕਿ ਮਤਲਬ ਕੋਈ ਖਿੱਚ ਹੀ ਨਹੀਂ ਬਣਦੀ, ਨਾ ਪਦਾਰਥਾਂ ਵੱਲ, ਨਾ ਜ਼ੁਬਾਨ ਦੀ, ਨਾ ਮਨ ਦੇ ਕਿਸੇ ਸਵਾਦ ਨੂੰ ਚੱਖਣ ਦੀ। ਕਹਿੰਦੇ ਰੱਜ ਹੀ ਇੰਨਾ ਬਣਿਆ ਹੋਇਆ। ਤਾਂ ਇਸੇ ਪ੍ਰਕਾਰ ਗੱਲ ਕੀ, ਹੁਣ ਮਨੁੱਖ ਕਹੇਗਾ ਰੱਜ ਕਿਵੇਂ ਬਣ ਗਿਆ? ਰੱਜ ਇਵੇਂ ਬਣ ਗਿਆ ਕਿ ਜਦੋਂ ਬੰਦੇ ਦੀ ਲਿਵ ਇਕਾਗਰਤਾ ਹੁੰਦੀ ਹੈ ਤਾਂ ਉਹ ਆਪਣੇ ਜੀਵਨ ਦੇ ਵਿੱਚ ਪਰਮ ਰਸ ਨੂੰ ਮਾਨਣਾ ਸ਼ੁਰੂ ਕਰ ਦਿੰਦਾ ਹੈ, ਅਤੇ ਉਹਦੀ ਦੇਹ ਦੇ ਜਿਹੜੇ ਤ੍ਰਿਸ਼ਨਾ ਵਾਲੇ ਜਾਂ ਸੰਸਾਰੀ ਭੁੱਖਾਂ ਵਾਲੇ ਰਸਾਇਣ ਹੁੰਦੇ ਹਨ ਉਹ ਸਾਰੇ ਸ਼ੁੱਧ ਹੋ ਜਾਂਦੇ ਹਨ। ਜਦੋਂ ਭੁੱਖਾਂ ਵਾਲੇ ਰਸਾਇਣ ਸ਼ੁੱਧ ਹੋ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਸੰਤੋਖ ਦਾ ਅੰਮ੍ਰਿਤ ਵਾਸ ਕਰਦਾ ਹੈ ਅਤੇ ਉਹ ਸਾਰੇ ਕੁਝ ਤੋਂ ਮੁਕਤ ਹੋ ਜਾਂਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਪਾਛੈ ਭੋਗ ਜੋ ਭੋਗਵੇ, ਜਿਵੇਂ ਭੋਗ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਗੁੜ, ਇਸੇ ਪ੍ਰਕਾਰ ਜਿਹੜੇ ਤੂੰ ਵਿਕਾਰਾਂ ਦੇ ਰਸ ਅਸੀਂ ਬੜੇ ਉੱਚੇ ਮੰਨਦੇ ਹਾਂ ਨਾ, ਜਾਂ ਮੰਨਦੇ ਹਾਂ ਕਿ ਇਹਨਾਂ ਦੇ ਵਿੱਚ ਬੜਾ ਸਵਾਦ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਤੁੱਛ ਹੀ ਹਨ, ਇਹ ਜੀਵਨ ਨੂੰ ਖੁਆਰ ਹੀ ਕਰਨ ਵਾਲੇ ਹਨ। ਜਿਵੇਂ ਜ਼ਿਆਦਾ ਮਿੱਠਾ ਖਾ ਲਿਆ ਜਾਵੇ ਤਾਂ ਉਹ ਵੀ ਸਰੀਰ ਨੂੰ ਖੁਆਰ ਕਰਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਭੋਗਾਂ ਦੇ ਵਿਕਾਰਾਂ ਦੇ ਸਵਾਦ ਹਨ ਇਹ ਜੀਵਨ ਨੂੰ ਆਖਰ ਖੁਆਰ ਹੀ ਕਰਦੇ ਹਨ ਅਤੇ ਬੰਦੇ ਦੇ ਮਗਰ ਮੁੜ ਕੇ ਕੁੜੱਤਣ ਹੀ ਰਹਿ ਜਾਂਦੀ ਹੈ। ਕਬੀਰ ਮੈਂ ਜਾਣਿਓ ਪੜਵੋ ਪਲੋ,
ਪੜ੍ਹਬੇ ਸਿਉ ਭਲ ਜੋਗ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮੈਂ ਜਾਣਿਓ, ਮੈਂ ਇਸ ਗੱਲ ਨੂੰ ਜਾਣਿਆ। ਸਭ ਤੋਂ ਪਹਿਲਾਂ ਮੈਨੂੰ ਇਹ ਸਮਝ ਲੱਗਾ ਕਿ ਪੜ੍ਹਬੋ ਭਲੋ, ਪੜ੍ਹਨਾ, ਧਰਮ ਗ੍ਰੰਥਾਂ ਨੂੰ ਵਾਚਣਾ, ਗਿਆਨ ਦੀਆਂ ਗੱਲਾਂ ਸਮਝਣੀਆਂ ਜਾਣਨੀਆਂ ਬੜੀ ਚੰਗੀ ਗੱਲ ਹੈ। ਕਹਿੰਦੇ ਮੈਨੂੰ ਇਹ ਚੰਗਾ ਲੱਗਦਾ ਰਿਹਾ। ਬਾਅਦ ਮੈਨੂੰ ਸਮਝ ਆਇਆ ਕਿ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਕਿ ਪੜ੍ਹਾਈ ਹੈ ਇਹ ਅਕਲ ਦਾ ਵਾਧਾ ਕਰਕੇ ਹਉਮੈ 'ਚ ਹੀ ਵਾਧਾ ਕਰਦੀ ਵਾਧਾ। ਇਸ ਕਰਕੇ ਕਹਿੰਦੇ ਮੈਨੂੰ ਲੱਗਾ ਕਿ ਨਹੀਂ, ਪੜ੍ਹਾਈ ਵੀ ਇੰਨੀ ਠੀਕ ਨਹੀਂ। ਬਾਅਦ 'ਚ ਕਹਿਣ ਲੱਗੇ ਕਿ ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਪੜ੍ਹਨ ਨਾਲੋਂ ਚੰਗਾ ਹੈ ਜੋਗ ਆਦਿਕ ਦੀ ਰੀਤ ਅਪਣਾ ਲਈ ਜਾਵੇ। ਭਾਵ ਕਿ ਜਿਵੇਂ ਯੋਗੀ ਕਰਦੇ ਹਨ, ਗ੍ਰਹਿ ਦਾ ਤਿਆਗ ਕਰਕੇ, ਸਰੀਰਕ ਸਾਧਨਾ ਕਰਕੇ ਨਿਰਵਿਕਲਪ ਸਮਾਧੀ ਨੂੰ, ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਹੋਇਆ ਜਾਵੇ। ਕਿ ਜੇ ਵਿੱਦਿਆ ਪ੍ਰਾਪਤ ਹੋਵੇ ਤਾਂ ਵਿੱਦਿਆ ਦੇ ਨਾਲ ਕਿਸੇ ਨੂੰ ਲੈਕਚਰ ਦੇਣਾ ਪਏਗਾ, ਕੁਝ 10 ਗੱਲਾਂ ਦੱਸਾਂਗੇ ਫਿਰ ਹੀ ਅਗਲਾ ਮਾੜਾ ਮੋਟਾ ਵਿੱਦਿਆ ਦੀ ਪ੍ਰਤਿਭਾ ਨੂੰ ਮੰਨੇਗਾ। ਕਹਿੰਦੇ ਵਿੱਦਿਆ ਦਾ ਮੈਨੂੰ ਇਹ ਲੱਗਾ ਵੀ ਇਹ ਵੀ ਠੀਕ ਨਹੀਂ। ਬਾਅਦ ਕਹਿੰਦੇ ਮੈਨੂੰ ਯੋਗ ਦਾ ਲੱਗਾ ਕਿ ਯੋਗ ਦੇ ਵਿੱਚ ਰਿੱਧੀ ਸਿੱਧੀ ਦਿਖਾਈ ਜਾਵੇ ਤਾਂ ਲੋਕ ਮਗਰ ਲੱਗ ਜਾਂਦੇ। ਕਹਿੰਦੇ ਮੈਂ ਯੋਗ ਨੂੰ ਉੱਤਮ ਜਾਣਿਆ। ਕਹਿੰਦੇ ਫਿਰ ਮੇਰਾ ਅਨੁਭਵ ਅੱਗੇ ਜਾ ਕੇ ਹੋਰ ਵੱਡਾ ਹੋ ਗਿਆ ਤਾਂ ਉਹਦੇ ਵਿੱਚ ਸ਼ਬਦ ਮੈਨੂੰ ਸਮਝ ਆਈ, ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ। ਲੋਕ ਇਸ ਕਰਕੇ ਪਰਮੇਸ਼ਰ ਦੀ ਭਗਤ ਨਹੀਂ ਛੱਡਣੀ ਚਾਹੀਦੀ। ਪੜ੍ਹਨ ਨਾਲੋਂ ਅਤੇ ਯੋਗ ਨਾਲੋਂ ਭਗਤੀ ਕਰਮ ਉੱਤਮ ਹੈ। ਅਤੇ ਜੇ ਉਹ ਕੀਤਾ ਜਾਵੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤੀ ਕਰਮ ਕਰਦਿਆਂ ਅਗਰ ਪੜ੍ਹਾਈ ਨਾ ਵੀ ਹੋਵੇ, ਭਾਵ ਕਿ ਲੋਕ ਅਨਪੜ੍ਹ ਕਹਿਣ ਅਤੇ ਲੋਕ ਇਹ ਵੀ ਕਹਿਣ ਵੀ ਜਿਵੇਂ ਸਾਡੇ ਵਾਂਗ ਜਿਵੇਂ ਯੋਗੀ ਕਹਿਣ। ਦੋ ਗੱਲਾਂ ਸੀ ਨਾ, ਹੁਣ ਇਹਦੇ ਵਿੱਚ ਦੋ ਪੱਖ ਨੇ। ਉਸ ਵਕਤ ਕਾਂਚੀ ਵਿੱਚ ਰਹਿੰਦੇ ਸਨ ਤਾਂ ਕਾਂਚੀ ਦੇ ਪੰਡਤਾਂ ਨੇ ਇਹ ਬਣਾਇਆ ਸੀ ਕਿ ਜਿਹੜਾ ਬ੍ਰਹਮ ਵਿੱਦਿਆ ਨਹੀਂ ਪੜ੍ਹਦਾ, ਵੇਦਾਂ ਸ਼ਾਸਤਰਾਂ ਦਾ ਅਧਿਐਨ ਨਹੀਂ ਕਰਦਾ, ਉਹਦੀ ਜ਼ਿੰਦਗੀ ਕਿਸੇ ਕੰਮ ਨਹੀਂ। ਜਾਂ ਫਿਰ ਦੂਜਾ ਫਿਰਕਾ ਸੀ ਜਿਹੜੇ ਯੋਗ ਸਨ, ਉਹ ਕਹਿੰਦੇ ਸਨ ਘਰ ਛੱਡ ਕੇ ਬੰਦਾ ਸਰੀਰਕ ਸਾਧਨਾ ਜੇ ਨਹੀਂ ਕਰਦਾ ਅਤੇ ਇਹਦਾ ਵੀ ਕੋਈ ਫਾਇਦਾ ਨਹੀਂ, ਇਹਦਾ ਜੀਵਨ ਵਿਅਰਥ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਅਸਲ ਦੇ ਵਿੱਚ ਇਸ ਤੱਤ ਤੱਕ ਪਹੁੰਚ ਗਿਆ ਕਿ ਭਗਤ ਨਾ ਛੱਡੋ ਰਾਮ ਕੀ, ਕਿ ਆਪਣੀ ਰਸਨਾ ਦੇ ਨਾਲ ਹਰ ਵੇਲੇ ਪਰਮੇਸ਼ਰ ਦੀ ਆਰਾਧਨਾ ਕਰਨੀ ਅਤੇ ਗਿਆਨ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਅਧਿਆਤਮ ਮਾਰਗ 'ਤੇ ਸ਼ੁੱਧ ਰੂਪ ਵਿੱਚ ਧਾਰਨ ਕਰਦੇ ਰਹਿਣਾ। ਕਹਿੰਦੇ ਜੇ ਇਸ ਤਰ੍ਹਾਂ ਦੀ ਸਾਧਨਾ ਬਣੀ ਰਹੇ ਤਾਂ ਲੋਕਾਂ ਦੀ ਕੋਈ ਨਿੰਦਿਆ ਨਹੀਂ, ਭਾਵੇਂ ਬ੍ਰਾਹਮਣ ਲੋਕ ਸਾਨੂੰ ਅਨਪੜ੍ਹ ਕਹਿਣ, ਪੰਡਤ ਲੋਕ ਅਨਪੜ੍ਹ ਕਹਿਣ ਅਤੇ ਭਾਵੇਂ ਜੋਗੀ ਲੋਕ ਸਾਨੂੰ ਸੰਸਾਰੀ ਕਹਿਣ। ਕਹਿੰਦੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਤੇ ਮੈਂ ਇਹਨਾਂ ਦੇ ਕਹੇ ਪਰਾਮ ਦੀ ਭਗਤੀ ਛੱਡਣ ਵਾਲਾ ਨਹੀਂ ਹਾਂ। ਇਹ ਵਾਕ ਦੇ ਐਸੇ ਭਾਵਨ, ਇਸ ਨੂੰ ਹੋਰ ਵੀ ਜੇ ਗਹਿਰਾ ਵਿਚਾਰਿਆ ਜਾਵੇ। ਵੈਸੇ ਵੀ ਜੀਵਨ ਦੇ ਜੇ ਗੱਲ ਹੈ ਕਿ ਮਨੁੱਖ ਨੂੰ ਨਾ ਜੀਵਨ ਜਿਉਣ ਦਾ ਬਹੁਤ ਘੱਟ ਪਤਾ ਹੈ। ਕੇਵਲ ਜੇ ਅਸੀਂ ਮੈਂ ਸਰਲ ਜਿਹੇ ਸ਼ਬਦਾਂ 'ਚ ਕਹਿ ਦਾਂ ਕਿ ਸਾਨੂੰ ਕੇਵਲ ਸਾਹ ਹੀ ਲੈਣਾ ਆਉਂਦਾ, ਜਿਉਣਾ ਨਹੀਂ ਆਉਂਦਾ, ਤਾਂ ਇਹ ਗੱਲ ਅਤ ਕਥਨੀ ਨਹੀਂ ਹੋਏਗੀ। ਹੁਣ ਜਿਵੇਂ ਅਸੀਂ ਇੱਕ ਨਾ ਵਾਕ ਕਹਿੰਦੇ, ਮੈਂ ਕਈ ਵਾਰੀ ਮੈਨੂੰ ਕਈ ਇਹ ਵਾਕ ਆਖਦੇ ਨੇ ਤਾਂ ਇਹ ਵਾਕ ਬੜੀ ਫਿਕਰ ਪੈਦਾ ਕਰ ਦਿੰਦਾ। ਕਹਿੰਦੇ ਜੀ ਹਰ ਵੇਲੇ ਸਿੱਖਦੇ ਰਹਿਣਾ ਚਾਹੀਦਾ। ਉਹਨਾਂ ਨੇ ਸਿੱਖਣ ਦਾ ਪਰਸਪੈਕਟਿਵ ਪਤਾ ਕੀ ਬਣਾਇਆ ਹੁੰਦਾ, ਸਾਨੂੰ ਥੋੜ੍ਹੀ ਬਾਹਰੀ ਤੌਰ 'ਤੇ ਸਮਝ ਜਿਹੀ ਆਉਂਦੀ ਜਾ ਰਹੀ। ਮੇਰੇ ਅਨੁਸਾਰ ਜਿਹੜਾ ਹਰ ਵੇਲੇ ਸਿੱਖਣ ਦਾ ਭਾਵ ਇਹ ਹੈ ਕਿ ਸਾਰਾ ਦਿਨ ਆਪਣੀ ਬੁੱਧੀ ਨੂੰ ਚੇਤੰਨ ਰੱਖ ਕੇ ਅਤੇ ਆਪਣੇ ਮਨ ਦੀ ਸਾਧਨਾ ਕਰਦਿਆਂ ਆਪਣੀ ਸੁਰਤ ਦੀ ਉਚਾਈ ਪੈਦਾ ਕਰਨਾ ਸਿੱਖ ਦੇ ਜੀਵਨ ਦਾ ਕਰਮ ਹੈ। ਜਿਵੇਂ ਭਾਈ ਵੀਰ ਸਿੰਘ ਆਖਦੇ ਹਨ ਕਿ ਸਿੱਖੀ ਹੈ ਨਾਮ ਮਤਲਬ ਕਿ ਸਿੱਖੀ ਦਾ ਨਾਮ ਕੀ ਹੈ ਕਿ ਆਪਣੀ ਸੁਰਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ। ਸਿੱਖੀ ਅਸਲ ਇਹ ਚੀਜ਼ ਹੈ ਕਿ ਹਰ ਵੇਲੇ ਤੁਹਾਡੀ ਬੁੱਧੀ ਗੁਰੂ ਸ਼ਬਦ ਦੇ ਨਾਲ ਚੇਤੰਨ ਰਹੇ, ਹਰ ਵੇਲੇ ਤਣੀ ਰਹੇ। ਜਿਵੇਂ ਤੰਤੀ ਸਾਜ਼ ਦੀ ਤਾਰ ਜਦੋਂ ਤਣੀ ਰਹਿੰਦੀ ਹੈ ਉਦੋਂ ਸੰਗੀਤ ਪੈਦਾ ਹੁੰਦਾ ਹੈ, ਜੇ ਢਿੱਲੀ ਹੋ ਜਾਵੇ ਤਾਂ ਸੰਗੀਤ ਨਹੀਂ ਪੈਦਾ ਹੁੰਦਾ। ਸਾਡੇ ਗਿਆਨ ਦੀ ਜਿਹੜਾ ਗੁਰੂ ਉਪਦੇਸ਼ ਜਿਹੜੀ ਬੁੱਧੀ ਹੈ, ਜਿਹੜੀ ਗੁਰੂ ਉਪਦੇਸ਼ ਦੇ ਵਿੱਚ ਗੁਰੂ ਗਿਆਨ ਦੇ ਵਿੱਚ ਢਲੀ ਹੋਈ ਹੈ, ਉਹ ਹਰ ਵੇਲੇ ਤਣੀ ਰਹੇ ਅਤੇ ਉਹ ਤਣੀ ਰਹੇ ਅਤੇ ਸਾਹਮਣੇ ਸਾਡੇ ਮਨ ਦੇ ਉੱਪਰ ਉਹ ਨਿਰਦੇਸ਼ਕ ਜਾਂ ਅਦਰਸ਼ਟਾ ਬਣ ਕੇ ਦੇਖਦੀ ਰਹੇ ਅਤੇ ਮਨ ਦੀ ਹਰੇਕ ਹਾਲਤ ਨੂੰ ਨੋਟ ਕਰਕੇ ਉਹਨੂੰ ਨਾਲ ਨਾਲ ਠੀਕ ਵੀ ਕਰਦੀ ਜਾਵੇ। ਜਿਹੜਾ ਇਸ ਤਰ੍ਹਾਂ ਦਾ ਟੈਂਸ ਜੀਵਨ ਜੀਣਾ ਹੈ ਨਾ ਸਿੱਖ ਦਾ, ਉਹ ਬੜਾ ਵੱਡਾ ਔਖਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮੈਂ ਜਾਣਿਓ ਪੜ੍ਹਬੋ ਭਲੋ, ਕਿ ਪਹਿਲਾਂ ਸੋਚਿਆ ਕਿ ਜਿਹੜੀ ਮਨ ਦੀ ਇਹ ਹਾਲਤ ਹੈ ਇਹ ਪੜ੍ਹਾਈ ਦੇ ਨਾਲ ਵੱਸ ਵਿੱਚ ਆ ਸਕਦੀ। ਕਹਿੰਦੇ ਜਦੋਂ ਪੜ੍ਹਾਈ ਦੇ ਨਾਲ ਕੀਤਾ ਤਾਂ ਇੱਕ ਸਮਾਂ ਆ ਗਿਆ ਕਿ ਪੜ੍ਹਾਈ ਦੇ ਵਿੱਚ ਇਸ ਕਰਕੇ ਨਾ ਗੁਰਬਾਣੀ 'ਚ ਇੱਕ ਵਾਕ ਆਉਂਦਾ, ਨਾਨਕ ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗੱਲ ਹਾਰ ਕੇ ਜਿਹਦੀ ਗੱਲ ਸੁਣਾਈ। ਅਗਲੇ ਦੇ ਜੀਵਨ ਵਿੱਚ ਅਧਿਆਤਮਿਕ ਪ੍ਰੇਰਣਾ ਦਾ ਚਾਅ ਉਹਦਾ ਉਮਾਹ ਨਹੀਂ ਪੈਦਾ ਕਰਦੀ ਜਾਂ ਉਹਦੇ ਅੰਦਰ ਭਾਵ ਨਹੀਂ ਪੈਦਾ ਕਰਦੀ, ਤਾਂ ਜਾਂ ਜਿਹਦਾ ਗਿਆਨ ਨਿਮਰਤਾ ਦੇ ਵਿੱਚ ਢਲ ਕੇ ਅਗਲੇ ਦੇ ਜੀਵਨ ਦੇ ਲਈ
ਕੋਈ ਵਰਦਾਨ ਨਹੀਂ ਬਣਦਾ। ਭਗਤ ਕਬੀਰ ਬਾਣੀ ਕਹਿੰਦੀ ਕਿ ਉਹਦਾ ਜੀਵਨ ਦੀ ਵਿੱਦਿਆ ਦਾ ਜਾਂ ਕੋਈ ਅਰਥ ਨਹੀਂ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇੱਕ ਉੱਤਮਤਾ ਹੈ ਜਗਤ ਦੇ ਵਿੱਚ ਕਿ ਬਹੁਤ ਸਾਰਾ ਪੜ੍ਹ ਲਿਆ ਜਾਵੇ। ਬਹੁਤ ਸਾਰਾ ਪੜ੍ਹਨ ਤੋਂ ਬਾਅਦ ਵੀ ਜੇ ਮਨੁੱਖ ਦਾ ਵਿਕਾਰਾਂ ਤੋਂ ਨਾ ਛੁਟਕਿਆ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੜ੍ਹਾਈ ਦਾ ਵੀ ਕੀ ਅਰਥ ਰਹਿ ਜਾਏਗਾ। ਉਸ ਤੋਂ ਬਾਅਦ ਕਹਿੰਦੇ ਜੋਗ ਭਾਵ ਕਿ ਬਿਲਕੁਲ ਹੀ ਸੰਸਾਰ ਤੋਂ ਵਿਰਕਤ ਹੋ ਕੇ ਬੰਦਗੀ ਦੇ ਮਾਰਗ 'ਤੇ ਛੱਡ ਕੇ ਚੱਲਿਆ ਜਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਇਸ ਤਰ੍ਹਾਂ ਦੇ ਕਰਦਿਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਵੀ ਹੋ ਜਾਣ ਤਾਂ ਉਹ ਵੀ ਸੰਸਾਰ ਦੇ ਵਿੱਚ ਹੀ ਭਰਮਾਉਣਗੀਆਂ। ਜੀਵਨ ਦੀ ਉੱਚਤਾ ਤਾਂ ਫਿਰ ਵੀ ਨਹੀਂ ਪੈਦਾ ਹੋਏਗੀ। ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਭਗਤ ਨਾ ਛੱਡੋ ਰਾਮ ਕੀ। ਫਿਰ ਇਹਨਾਂ ਤੋਂ ਸਭ ਤੋਂ ਉੱਤਮ ਕਰਮ ਕੀ ਹੈ ਕਿ ਭਗਤੀ ਕਰਮ ਵੱਲ ਜੁੜਿਆ ਜਾਵੇ। ਕਿ ਬਹੁਤ ਵੱਡੇ ਗਿਆਨੀ ਬਣ ਜਾਣਾ ਜਾਂ ਬਹੁਤ ਵੱਡੇ ਜੋਗੀ ਸੰਨਿਆਸੀ ਹੋ ਜਾਣਾ ਇਹ ਵੀ ਕੋਈ ਇੰਨੀ ਮਹੱਤਤਾ ਨਹੀਂ। ਭਗਤੀ ਦਾ ਭਾਵ ਕਿ ਗ੍ਰਸਥ ਦੇ ਵਿੱਚ ਰਹਿ ਕੇ ਘਰ ਦੇ ਵਿੱਚ ਰਹਿ ਕੇ ਆਪਣੇ ਅੰਤਰ ਮਨ ਦੀ ਸਾਧਨਾ ਕਰਦਿਆਂ ਹੋਇਆਂ ਬੰਦਗੀ ਦੀ ਰਾਸ ਕਮਾਉਂਦੇ ਰਹਿਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੈ ਨਿੰਦੋ ਲੋਗ ਭਾਵੇਂ ਕਿੰਨੀ ਨਿੰਦਤਾਈ ਕਰਨ ਇਸ ਗੱਲ ਦੀ ਫਿਕਰ ਨਹੀਂ ਕਰਨੀ ਚਾਹੀਦੀ। ਤਾਂ ਇਸੇ ਪ੍ਰਕਾਰ ਹੁਣ ਕਈ ਸੁਭਾਵਿਕ ਐਸਾ ਉਹਦੇ ਵਿੱਚ ਖਿਆਲ ਆਏ ਨੇ ਪੜ੍ਹਵੋ, ਅਤੇ ਪੜ੍ਹਵੋ ਦਾ ਭਾਵ ਇਹ ਹੈ ਕਿ ਪੜ੍ਹਨਾ ਉਹ ਉੱਤਮ ਹੈ ਜਿਹੜਾ ਗਿਆਨ ਪੈਦਾ ਕਰੇ, ਅਤੇ ਗਿਆਨ ਉਹ ਉੱਤਮ ਹੈ ਜਿਹੜਾ ਸਾਨੂੰ ਸਾਡੇ ਮੂਲ ਦੇ ਨਿਕਟ ਲਿਜਾ ਕੇ ਅਤੇ ਸਾਰੀ ਹਉ ਤੋਂ ਮੁਕਤ ਕਰ ਦੇਵੇ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਨੇ ਚੰਗੇ ਹੋਣ ਦੇ ਪੈਮਾਨੇ ਇਹ ਮੰਨੇ ਨੇ ਜਾਂ ਧਰਮ ਨੇ ਇਹ ਮੰਨੇ ਨੇ, ਪਰ ਮੈਂ ਸਮਝਦਾ ਕਿ ਜਿਹੜੇ ਭਗਤੀ ਦੇ ਕਰਮ ਵਿੱਚ ਰੱਤੇ ਹੋਏ ਹਨ। ਇਸੇ ਕਰਕੇ ਗੁਰਬਾਣੀ 'ਚ ਭਗਤ ਨਾਮਦੇਵ ਜੀ ਦਾ ਵੀ ਸ਼ਬਦ ਆਉਂਦਾ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹਸੈ। ਕਿ ਮਤਲਬ ਕਿ ਲੋਕਾਂ ਦਾ ਵੈਸੇ ਵੀ ਇੱਕ ਕੰਮ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਕੋਈ ਬੰਦਾ ਇਕਾਗਰ ਹੋ ਕੇ ਗੁਰੂ ਘਰ ਬੈਠਾ ਹੋਵੇ ਨਾ ਆਪਣੇ ਹਿਸਾਬ ਦੇ ਨਾਲ ਜਿਵੇਂ ਉਹਨੂੰ ਸਮਝ ਆਉਂਦੀ ਹੈ ਸਾਧਨਾ, ਤਾਂ ਉਹ ਕਈ ਉਹਦੇ 'ਤੇ ਇਤਰਾਜ਼ ਕਰਨ ਲੱਗ ਪੈਂਦੇ ਨੇ। ਗੱਲ ਕੀ ਹੈ ਕਿ ਹਰ ਕਿਸੇ ਦੀ ਅਵਸਥਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੈ ਨਿੰਦੋ ਲੋਗ ਦਾ ਭਾਵ ਇਹ ਹੈ ਕਿ ਲੋਕਾਂ ਨੇ ਤਾਂ ਆਪਣੇ ਸੁਭਾਅ 'ਚ ਹੀ ਰਹਿਣਾ ਹੈ। ਹੁਣ ਜਿਵੇਂ ਕਈ ਬੰਦੇ ਇਸ ਗੱਲ ਕਰਕੇ ਹੀ ਨਹੀਂ ਧਰਮ ਵਾਲੇ ਪਾਸੇ ਚੱਲਦੇ ਕਿ ਲੋਕ ਥੋੜ੍ਹਾ ਹੋਰ ਕਹਿਣਗੇ, ਅਤੇ ਲੁਕਾਈ ਦਾ ਜਿਹੜਾ ਜ਼ਿਕਰ ਹੈ ਬੰਦੇ ਨੂੰ ਹਰ ਵੇਲੇ ਠੱਗਦਾ ਹੈ। ਜਿਹੜਾ ਬੰਦਾ ਜਿੰਨਾ ਜ਼ਿਆਦਾ ਦੁਨੀਆ ਦਾ ਚਿੰਤਨ ਆਪਣੇ ਮਨ 'ਤੇ ਭਾਰੂ ਰੱਖਦਾ ਹੋਏਗਾ ਓਨਾ ਜ਼ਿਆਦਾ ਅਧਿਆਤਮਿਕ ਸਾਧਨਾ ਤੋਂ ਦੂਰ ਹੋਏਗਾ, ਭਾਵੇਂ ਬਾਹਰੀ ਤੌਰ 'ਤੇ ਕਿੰਨਾ ਵੀ ਜੁੜਿਆ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੈ ਨਿੰਦੋ ਕਿ ਲੋਕਾਂ ਦੀ ਕਥਨੀ ਦਾ ਜਿਹੜਾ ਜ਼ਿਕਰ ਹੈ ਉਹ ਨਹੀਂ ਕਰਨਾ ਚਾਹੀਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਸਾਨੂੰ ਅੱਜ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਆਪਣੇ ਸਰੀਰ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਹੜੇ ਹਨ ਵਕਾਰ ਉਹਨਾਂ ਨੂੰ ਗਿਆਨ ਰੂਪ ਜਿਹੜਾ ਦੀਪਕ ਬਾਲ ਕੇ ਅਗਨ ਬਾਲ ਕੇ ਉਹਦੇ ਨਾਲ ਸਾੜ ਕੇ ਰਾਖ ਕੀਤਾ ਜਾਏ ਤਾਂ ਕਿ ਜੀਵਨ ਦੇ ਵਿੱਚ ਸ਼ੁੱਧਤਾ ਬਣ ਜਾਏ। ਇਸੇ ਪ੍ਰਕਾਰ ਜਿਹੜੇ ਜੀਵਨ ਦੇ ਵਿੱਚ ਸੰਬੰਧ ਬਣਾਉਣੇ ਆਪਣਾ ਮਨ ਰੂਪ ਲੜਕਾ ਗੁਰੂ ਨੂੰ ਵੇਚ ਕੇ ਅਤੇ ਬੁੱਧੀ ਰੂਪ ਬ੍ਰਹਮ ਰੂਪ ਵਿੱਦਿਆ ਦਾਤ ਪ੍ਰਾਪਤ ਕਰਕੇ ਅਤੇ ਆਪਣੇ ਜੀਵਨ ਦੀ ਸੰਪੂਰਨਤਾ ਪ੍ਰਾਪਤ ਕੀਤੀ ਜਾਵੇ। ਅਤੇ ਜਿਹੜੇ ਵਿਸ਼ਿਆਂ ਭੋਗਾਂ ਦੇ ਸੁੱਖ ਹਨ ਇਹ ਥੋੜ੍ਹੇ ਕੁ ਚਿਰ ਦੇ ਹਨ ਅਤੇ ਮਨੁੱਖ ਨੂੰ ਠੱਗਣ ਵਾਲੇ ਹਨ। ਇਸ ਕਰਕੇ ਇਹਨਾਂ ਤੋਂ ਸਾਵਧਾਨ ਰਿਹਾ ਜਾਵੇ ਅਤੇ ਸੰਸਾਰ ਦੀ ਉੱਤਮਤਾ ਦੀ ਬਜਾਏ ਜੇ ਭਗਤੀ ਦੀ ਰਾਸ ਕਮਾ ਲਈ ਹੈ ਅਤੇ ਸਭ ਤੋਂ ਵੱਡੀ ਗੱਲ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਕਰਕੇ ਨਵਾਜ ਦੇਣ, ਕਿਰਪਾ ਕਰਨ। ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਸੇਵਾ ਰੂਪ ਦੇ ਵਿੱਚ ਵਿਚਾਰ ਰੂਪ ਦੇ ਵਿੱਚ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।